ਸੋਹਿਲਾ ਰਾਗ ਗੌੜੀ ਦੀਪਕੀ ਮਹਿਲਾ ਪਹਿਲਾ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 12 ਤੇ ਇਹ ਬਾਣੀ ਸੋਹਿਲਾ ਸ਼ੁਰੂ ਹੋਣ ਜਾ ਰਹੀ ਹੈ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਲੜੀਵਾਰ ਇਸ ਪਾਠ ਅੰਦਰ ਇਹ ਤੀਜੀ ਬਾਣੀ ਹੈ, ਜਿਸ ਨੂੰ ਸਿੱਖ ਰਹਿਤ ਮਰਯਾਦਾ ਵਿੱਚ ਨਿਤਨੇਮ ਦੀ ਬਾਣੀ ਕਰਕੇ ਸ਼ਾਮਲ ਕੀਤਾ ਗਿਆ ਹੈ। ਪਹਿਲੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਜਪ ਹੈ। ਦੂਜੀ ਬਾਣੀ ਸੋ ਦਰ, ਜਿਸ ਨੂੰ ਆਮ ਤੌਰ 'ਤੇ ਅਸੀਂ ਰਹਿਰਾਸ ਦੇ ਨਾਮ ਨਾਲ ਵੀ ਜਾਣਦੇ ਹਾਂ। 5 ਸ਼ਬਦ ਇਸ ਸਰਲੇਖ ਹੇਠ ਹਨ ਔਰ 4 ਸ਼ਬਦ ਅੱਗੇ ਸੋ ਪੁਰਖ ਦੀ ਬਾਣੀ ਹੇਠ ਦਰਜ ਹਨ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਸੋਹਿਲਾ ਬਾਣੀ ਦਾ ਪਹਿਲਾ ਸ਼ਬਦ ਹੈ, ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 12 ਤੇ ਸੁਸ਼ੋਭਿਤ ਹੈ। ਸੋਹਿਲਾ ਬਾਣੀ ਦਾ ਅੱਖਰੀ ਅਰਥ ਹੈ ਮੰਗਲਮਈ ਗੀਤ, ਪਰਮੇਸ਼ਰ ਦੀ ਸਿਫਤ ਸਲਾਹ ਕੀਰਤੀ। ਰਾਗ ਗੌੜੀ ਅਤੇ ਦੀਪਕੀ 2 ਮਿਲਵੇਂ ਰਾਗਾਂ ਦੇ ਵਿੱਚ ਇਸ ਸ਼ਬਦ ਨੂੰ ਗਾਉਣ ਦੀ ਹਦਾਇਤ ਹੈ। ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਹਿਲਾ ਸ਼ਬਦ ਹੈ ਅਤੇ ਇਸ ਤੋਂ ਬਾਅਦ 4 ਹੋਰ ਬਾਕੀ ਸ਼ਬਦ ਹਨ। ਕੁੱਲ ਮਿਲਾ ਕੇ 5 ਸ਼ਬਦਾਂ ਦਾ ਇਹ ਸੰਗ੍ਰਹਿ ਹੈ। ਕਈ ਵਾਰ ਅਸੀਂ ਜਾਣੇ ਅਣਜਾਣੇ ਅੰਦਰ ਇਸ ਬਾਣੀ ਨੂੰ ਕੀਰਤਨ ਸੋਹਿਲਾ ਦਾ ਨਾਂ ਦੇ ਕੇ ਵੀ ਯਾਦ ਕਰਦੇ ਹਾਂ, ਜੋ ਕਿ ਅਸ਼ੁੱਧ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਇਸ ਬਾਣੀ ਦਾ ਨਾਮ ਸੋਹਿਲਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਹਿਲਾ ਸ਼ਬਦ ਆਓ ਵਿਚਾਰ ਸਹਿਤ ਸ਼ਰਵਣ ਕਰਦੇ ਹਾਂ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਸ ਸ਼ਬਦ ਵਿੱਚ ਅਕਾਲ ਪੁਰਖ ਜੀ ਦਾ ਮੰਗਲ ਸਭ ਤੋਂ ਪਹਿਲਾਂ ਕਰਦਿਆਂ ਹੋਇਆਂ ਬਖਸ਼ਿਸ਼ ਅਕਾਲ ਪੁਰਖ ਜੀ ਨੂੰ ਯਾਦ ਕੀਤਾ ਹੈ। ਅਕਾਲ ਪੁਰਖ ਇੱਕ ਹੈ ਅਤੇ ਐਸੇ ਅਕਾਲ ਪੁਰਖ ਦੀ ਸੋਝੀ ਗੁਰੂ ਦੀ ਕਿਰਪਾ ਦੁਆਰਾ ਹੀ ਹੁੰਦੀ ਹੈ। ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ। ਜਿਸ ਸਤਸੰਗ ਘਰ ਵਿੱਚ ਪਰਮਾਤਮਾ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ ਅਤੇ ਕਰਤਾਰ ਦੇ ਗੁਣਾਂ ਦਾ ਵਿਚਾਰ ਹੁੰਦਾ ਹੈ। ਤਿਤ ਘਰ ਗਾਵੋ ਸੋਹਿਲਾ ਸਿਵਰਿਓ ਸਿਰਜਨਹਾਰੋ। ਹੇ ਜਿੰਦ, ਉਸ ਸਤਸੰਗ ਘਰ ਵਿੱਚ ਜਾ ਕੇ ਤੂੰ ਵੀ ਪ੍ਰਭੂ ਦੀ ਸਿਫਤ ਸਲਾਹ ਦੇ ਗੀਤ, ਸੁਹਾਗ ਮਿਲਾਪ ਦੇ ਸੋਹਣੇ ਗੀਤ ਗਾ, ਉਸ ਸਿਰਜਣਹਾਰ ਨੂੰ ਯਾਦ ਕਰ। ਇੱਥੇ ਚੇਤਾ ਰੱਖਣ ਵਾਲੀ ਬਾਤ ਹੈ ਕਿ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਹਿਲਾ ਸ਼ਬਦ, ਜਿਸ ਵਿੱਚ ਸਤਿਗੁਰੂ ਜੀ ਨੇ ਅਕਾਲ ਪੁਰਖ ਜੀ ਦੇ ਮਿਲਾਪ ਦੀ ਗੱਲ ਸਾਡੇ ਨਾਲ ਸਾਂਝੀ ਕੀਤੀ ਹੈ ਅਤੇ ਸਾਨੂੰ ਸਮਝਾਇਆ ਹੈ ਕਿ ਭਲਿਓ ਉਸ ਅਕਾਲ ਪੁਰਖ ਜੀ ਦੀ ਸਿਫਤ ਸਲਾਹ ਸਤਿਗੁਰੂ ਦੀ ਸੰਗਤ ਵਿੱਚ ਜਾ ਕੇ ਹਮੇਸ਼ਾ ਕਰਦੇ ਰਹਿਣਾ ਚਾਹੀਦਾ ਹੈ। ਜਿਵੇਂ ਇੱਕ ਬੱਚੀ ਨੇ ਸਹੁਰੇ ਘਰ ਵਿੱਚ ਜਾਣਾ ਹੋਵੇ ਅਤੇ ਸਹੁਰੇ ਘਰ ਵਿੱਚ ਜਾਣ ਤੋਂ ਪਹਿਲਾਂ ਉੱਥੇ ਮੰਗਲ ਦੇ ਖੁਸ਼ੀ ਦੇ ਗੀਤ ਗਾਏ ਜਾਂਦੇ ਹਨ, ਜਿਨ੍ਹਾਂ ਵਿੱਚ ਥੋੜ੍ਹਾ ਵਿਛੋੜੇ ਦਾ ਭਾਵ ਵੀ ਹੈ, ਪਿਆਰ ਦਾ ਭਾਵ ਵੀ ਹੈ ਅਤੇ ਅਗਲੇ ਘਰ ਜਾਣ ਵਾਸਤੇ ਤਿਆਰੀ ਦੀ ਪ੍ਰੇਰਣਾ ਵੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਸ ਸ਼ਬਦ ਅੰਦਰ ਸਾਨੂੰ ਸਮਾਜ ਵਿੱਚ ਰਹਿੰਦਿਆਂ ਹੋਇਆਂ, ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ
ਅਕਾਲ ਪੁਰਖ ਜੀ ਦੀ ਸਿਫਤ ਸਲਾਹ ਕਰਨ ਲਈ ਪ੍ਰੇਰਿਆ ਹੈ ਕਿ ਭਾਈ ਸਤ ਸੰਗਤ ਘਰ ਵਿੱਚ ਜਿੱਥੇ ਹਮੇਸ਼ਾ ਉਸ ਕਰਤੇ ਦੀ ਕੀਰਤੀ ਹੁੰਦੀ ਹੈ, ਤੁਸੀਂ ਕੀਰਤੀ ਕਰਨ ਲਈ ਸੰਗਤ ਵਿੱਚ ਜੁੜੋ ਔਰ ਗੁਰੂ ਕੀ ਸੰਗਤ ਵਿੱਚ ਜੁੜਦਿਆਂ ਹੋਇਆਂ ਉਸ ਸਿਰਜਣਹਾਰ ਨੂੰ ਸਦਾ ਹੀ ਸਿਮਰੋ, ਉਸ ਦੇ ਮਿਲਾਪ ਲਈ ਕੀਰਤੀ ਕਰਦੇ ਰਹੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਸਤਿਗੁਰੂ ਆਖਦੇ, ਹੇ ਮੇਰੀ ਜਿੰਦ, ਤੂੰ ਸਤ ਸੰਗੀਆਂ ਨਾਲ ਮਿਲ ਕੇ, ਸਤਿਗੁਰੂ ਜੀ ਨਾਲ ਮਿਲ ਕੇ ਨਿਰਭਉ ਖਸਮ ਦੀ ਸਿਫਤ ਸਲਾਹ ਦੇ ਗੀਤ ਆਖ, ਵਾਹਿਗੁਰੂ ਅਕਾਲ ਪੁਰਖ ਦੇ ਸੋਹਣੇ ਗੁਣ ਗਾਇਨ ਕਰ। ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ। ਸਤਿਗੁਰੂ ਆਖਦੇ, ਮੈਂ ਸਦਕੇ ਹਾਂ ਉਸ ਸਿਫਤ ਸਲਾਹ ਦੇ ਗੀਤ ਤੋਂ ਜਿਸ ਦੀ ਬਰਕਤ ਨਾਲ ਸਦਾ ਸੁਖ ਮਿਲਦਾ ਹੈ। ਸਤਿਗੁਰੂ ਇਸੇ ਲਈ ਰਹਾਓ ਦੀ ਪਹਿਲੀ ਪੰਕਤੀ ਦੇ ਅੰਦਰ ਵੀ ਬਖਸ਼ਿਸ਼ ਕਰਦਿਆਂ ਆਖਦੇ ਹਨ, ਹੇ ਮੇਰੀ ਜਿੰਦ, ਤੂੰ ਵੀ ਗਾ, ਤੂੰ ਵੀ ਉਸ ਸਿਫਤ ਸਲਾਹ ਦੇ ਗੀਤ ਨੂੰ ਜੀਵਨ ਦਾ ਆਧਾਰ ਬਣਾ। ਮੈਂ ਵੀ ਉਸੇ ਸੋਹਿਲੇ ਤੋਂ ਕੁਰਬਾਨ ਹਾਂ, ਬਲਿਹਾਰ ਹਾਂ, ਜਿਸ ਗੀਤ ਨੂੰ ਗਾਉਂਦਿਆਂ ਹੋਇਆਂ ਜੀਵਨ ਅੰਦਰ ਸੁਖ ਵਸਦਾ ਹੈ। ਸੱਚੀ ਬਾਤ ਹੈ, ਮਨੁੱਖ ਸੁਖ ਚਾਹੁੰਦਾ ਹੈ, ਪਰ ਜਿਨ੍ਹਾਂ ਗੱਲਾਂ ਵਿੱਚੋਂ ਸੁਖ ਲੱਭਣ ਦਾ ਅਸੀਂ ਯਤਨ ਕਰ ਰਹੇ ਹਾਂ, ਉਹਨਾਂ ਗੱਲਾਂ ਅੰਦਰ, ਫੋਕੀਆਂ ਕਰਮਕਾਂਡੀ ਵਿਚਾਰਾਂ ਦੇ ਅੰਦਰ, ਫੋਕੇ ਕਰਮਕਾਂਡੀ ਜਿੰਨੇ ਵੀ ਸਿਲਸਿਲੇ ਸਾਡੇ ਸਮਾਜ ਅੰਦਰ ਪ੍ਰਚਲਿਤ ਹਨ, ਇਹਨਾਂ ਵਿੱਚ ਸੁੱਖ ਦੀ ਆਸ ਨਹੀਂ ਕੀਤੀ ਜਾ ਸਕਦੀ। ਸੁੱਖ ਮਿਲਦਾ ਹੈ ਤਾਂ ਕੇਵਲ ਪਰਮੇਸ਼ਰ ਦੀ ਸਿਫਤ ਸਲਾਹ ਵਿੱਚੋਂ ਮਿਲਦਾ ਹੈ, ਅਤੇ ਪਰਮੇਸ਼ਰ ਦੀ ਸਿਫਤ ਸਲਾਹ ਕੇਵਲ ਫੋਕੀ ਨਹੀਂ, ਜੇ ਅਸੀਂ ਮਨੋਂ ਕਰੀਏ, ਸਾਡੇ ਹਿਰਦੇ ਦੇ ਅੰਦਰ ਇਹ ਵਸ ਜਾਏ, ਤਾਂ ਜੀਵਨ ਦੇ ਵਿੱਚੋਂ ਹੀ ਸੁੱਖ ਪ੍ਰਾਪਤ ਹੁੰਦਾ ਹੈ, ਪੈਦਾ ਹੁੰਦਾ ਹੈ। ਇਸੇ ਲਈ ਸਤਿਗੁਰੂ ਬਖਸ਼ਿਸ਼ ਕਰਦਿਆਂ ਸਾਨੂੰ ਪਾਵਨ ਬਾਣੀ ਦੇ ਅੰਦਰ ਇਸ ਤਰ੍ਹਾਂ ਵੀ ਸਮਝਾਉਂਦੇ ਹਨ, ਸੁਖ ਨਾਹੀਂ ਬਹੁਤੈ ਧਨ ਖਾਟੈ, ਸੁਖ ਨਾਹੀਂ ਪੇਖੈ ਨ੍ਰਿਤ ਨਾਟੈ, ਸੁਖ ਨਾਹੀਂ ਬਹੁ ਦੇਸ਼ ਕਮਾਏ, ਸਰਬ ਸੁਖਾ ਹਰ ਹਰ ਗੁਣ ਗਾਏ। ਅਤੇ ਸਤਿਗੁਰੂ ਗਰੀਬ ਨਵਾਜ ਸੋਹਿਲਾ ਬਾਣੀ ਦੇ ਪਹਿਲੇ ਸ਼ਬਦ ਦੇ ਰਹਾਓ ਅੰਦਰ ਬਖਸ਼ਿਸ਼ ਕਰਦਿਆਂ ਆਖਦੇ ਹਨ, ਹਉ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ। ਮੈਂ ਕੁਰਬਾਨ ਹਾਂ, ਬਲਿਹਾਰ ਹਾਂ, ਜਿਸ ਸਿਫਤ ਸਲਾਹ ਦੇ ਗੀਤ ਨੂੰ ਗਾਉਣ ਨਾਲ ਜੀਵਨ ਵਿੱਚ ਸੁਖ ਮਿਲਦਾ ਹੈ। ਨਿਤ ਨਿਤ ਜੀਅੜੇ ਸੰਭਾਲੀਆਂ ਨ ਦੇਖੈਗਾ ਦੇਵਨਹਾਰ। ਸੰਭਾਲੀਅਨ ਇਹ ਸ਼ਬਦ ਕਰਮਵਾਚ, ਵਰਤਮਾਨ ਕਾਲ ਅਤੇ ਅਨਪੁਰਖ ਵਿੱਚ ਹੈ। ਸਤਿਗੁਰੂ ਆਖਦੇ ਹਨ, ਹੇ ਜਿੰਦੇ, ਜਿਸ ਖਸਮ ਦੀ ਹਜ਼ੂਰੀ ਵਿੱਚ ਸਦਾ ਹੀ ਜੀਵਾਂ ਦੀ ਸੰਭਾਲ ਹੋ ਰਹੀ ਹੈ, ਜੋ ਦਾਤਾਂ ਦੇਣ ਵਾਲਾ ਹੈ, ਮਾਲਕ ਹਰੇਕ ਜੀਵ ਦੀ ਸੰਭਾਲ ਕਰਦਾ ਹੈ, ਐਸੇ ਪਰਮੇਸ਼ਰ ਨੂੰ ਤੂੰ ਸਦਾ ਗਾ, ਉਸ ਨੂੰ ਚੇਤੇ ਰੱਖ, ਜੋ ਸਾਰੇ ਜੀਵਾਂ ਦੀ ਸੰਭਾਲ ਕਰਦਾ ਹੈ, ਜੋ ਸਾਰਿਆਂ ਜੀਵਾਂ ਨੂੰ ਦੇਖ ਰਿਹਾ ਹੈ, ਪਾਲ ਰਿਹਾ ਹੈ। ਤੇਰੇ ਦਾਨੇ ਕੀਮਤ ਨਾ ਪਵੈ, ਤਿਸ ਦਾਤੇ ਕਵਨ ਸ਼ੁਮਾਰ। ਜਿਸ ਦਾਤਾਰ ਦੀਆਂ ਦਾਤਾਂ ਦਾ ਮੁੱਲ, ਹੇ ਮੇਰੀ ਜਿੰਦ, ਤੇਰੇ ਪਾਸੋਂ ਨਹੀਂ ਪੈ ਸਕਦਾ। ਹੇ ਮੇਰੀ ਜਿੰਦ, ਤੂੰ ਕਰਤੇ ਦੀਆਂ ਦਾਤਾਂ ਦਾ ਮੁੱਲ ਨਹੀਂ ਪਾ ਸਕਦੀ, ਕੀਮਤ ਨਹੀਂ ਲਾ ਸਕਦੀ, ਅੰਦਾਜ਼ਾ ਨਹੀਂ ਲਾ ਸਕਦੀ। ਉਹ ਦਾਤਾਰ ਦਾ ਅੰਤ ਕਿਵੇਂ ਪਾਇਆ ਜਾ ਸਕਦਾ ਹੈ, ਜਿਸ ਦੀਆਂ ਦਾਤਾਂ ਦਾ ਵੀ ਅੰਤ ਪਾਉਣਾ ਔਖਾ ਹੈ। ਸ਼ੁਮਾਰ, ਸ਼ੁਮਾਰ ਦਾ ਅਰਥ ਹੈ ਅੰਦਾਜ਼ਾ, ਅੰਤ, ਅਖੀਰ। ਭਾਵ ਜਿਸ ਦਾਤੇ ਦੀਆਂ ਦਾਤਾਂ ਇੰਨੀਆਂ ਹਨ, ਉਹਨਾਂ ਦਾ ਅੰਤ ਨਹੀਂ ਪੈ ਸਕਦਾ, ਤਾਂ ਦਾਤਾਂ ਦੇਣ ਵਾਲੇ ਦਾਤਾਰ ਨੂੰ ਗਿਣਤੀ ਮਿਣਤੀ ਵਿੱਚ ਕਿਵੇਂ ਲਿਆਂਦਾ ਜਾ ਸਕਦਾ ਹੈ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਸਤਿਗੁਰੂ ਆਖਦੇ, ਹੇ ਮੇਰੀ ਜਿੰਦ, ਇਹ ਸਾਹਾ ਸਾਰਿਆਂ ਦਾ ਲਿਖਿਆ ਹੈ,
ਸਾਰਿਆਂ ਦੇ ਜੀਵਨ ਅੰਦਰ ਇਹ ਮਿਲਾਪ ਦੀ ਘੜੀ, ਇਹ ਮਿਲਾਪ ਦੇ ਪਲ ਸਾਰਿਆਂ ਦੀ ਜ਼ਿੰਦਗੀ ਅੰਦਰ ਹਨ। ਪਰ ਅਸਲ ਵਿੱਚ ਇਹ ਮਿਲਾਪ ਦੇ ਪਲ ਹਾਸਲ ਉਹ ਹੀ ਕਰਦੇ ਹਨ ਜਿਹੜੇ ਸਿਫਤ ਸਲਾਹ ਦੇ ਗੀਤ ਨੂੰ ਗਾਉਂਦੇ ਹਨ, ਜਿਹੜੇ ਵਾਹਿਗੁਰੂ ਅਕਾਲ ਪੁਰਖ ਜੀ ਦੀ ਸਿਫਤ ਸਲਾਹ ਦੇ ਗੀਤ ਤੋਂ ਕੁਰਬਾਨ ਜਾਣਾ ਸਿੱਖ ਲੈਂਦੇ ਹਨ। ਸੰਬਤ ਦਾ ਅਰਥ ਹੈ ਵਰਾ, ਸਾਲ, ਤੇ ਸਾਹੇ ਦਾ ਅਰਥ ਹੈ ਉਹ ਸਮਾਂ ਜਦੋਂ ਵਿਅਕਤੀ ਨੇ ਦੂਜੇ ਪਾਸੇ ਤੁਰ ਕੇ ਭਾਵ ਸਹੁਰੇ ਘਰ ਜਾ ਕੇ ਪਤੀ ਦੇ ਨਾਲ ਮਿਲ ਜਾਣਾ ਹੈ। ਉਹ ਸਮਾਂ ਜਿਹੜਾ ਵਿਆਹ ਦਾ ਮਿਲਾਪ ਦਾ ਮਿਥਿਆ ਗਿਆ ਹੈ। ਸਤਿਗੁਰੂ ਆਖਦੇ ਸੰਬਤ ਸਾਹਾ ਲਿਖਿਆ, ਇਹ ਮਿਲਾਪ ਦਾ ਸਮਾਂ ਸਾਰਿਆਂ ਦਾ ਲਿਖਿਆ ਹੋਇਆ ਹੈ। ਮਿਲ ਕਰ ਪਾਵੋ ਤੇਲ, ਤੁਸੀਂ ਸਤਸੰਗੀਆਂ ਨਾਲ ਮਿਲ ਕੇ ਇਹ ਮਿਲਾਪ ਵਾਲਾ ਸੰਬੰਧ, ਮਿਲਾਪ ਵਾਲੀ ਤਿਆਰੀ ਆਪੋ ਆਪਣੀ ਸ਼ੁਰੂ ਕਰੋ ਤਾਂ ਕਿ ਕਰਤੇ ਅਕਾਲ ਪੁਰਖ ਜੀ ਦੇ ਨਾਲ ਸਾਡਾ ਮੇਲ ਹੋ ਸਕੇ। ਦੇਹੋ ਸੱਜਣ ਅਸੀਸੜੀਆਂ, ਜਿਉ ਹੋਵੈ ਸਾਹਿਬ ਸਿਉ ਮੇਲ। ਹੇ ਸੱਜਣ, ਹੇ ਸਤਸੰਗ ਸਹੇਲਿਓ, ਸਾਨੂੰ ਅਸੀਸਾਂ ਦਿਓ, ਮੈਨੂੰ ਅਸੀਸਾਂ ਦਿਓ ਤਾਂ ਕਿ ਮੈਂ ਉਸ ਸਾਹਿਬ ਨਾਲ ਮੇਲ ਹਾਸਲ ਕਰ ਸਕਾਂ, ਮੇਰਾ ਸਾਹਿਬ ਨਾਲ ਮੇਲ ਹੋ ਸਕੇ। ਮੈਨੂੰ ਐਸੀਆਂ ਅਸੀਸਾਂ ਸਤਿਗੁਰੂ ਦੇ ਉਪਦੇਸ਼ ਦੀਆਂ ਸੋਹਣੀਆਂ ਵਿਚਾਰਾਂ ਬਖਸ਼ਿਸ਼ ਕਰੋ। ਮੈਨੂੰ ਸਮਝਾਓ ਜਿਨ੍ਹਾਂ ਅਸੀਸਾਂ ਦੇ ਸਦਕਾ ਮੈਂ ਸਾਹਿਬ ਨਾਲ ਸੰਬੰਧ ਜੋੜ ਸਕਾਂ। ਮੇਰਾ ਵੀ ਜੀ ਕਰਦਾ ਹੈ ਮੈਂ ਸਾਹਿਬ ਦੇ ਮਿਲਾਪ ਦੀਆਂ ਘੜੀਆਂ ਆਪਣੇ ਜੀਵਨ ਵਿੱਚ ਮਾਣਾਂ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਾਨਾ। ਘਰ ਘਰ ਇਹੋ ਪਹੁੰਚਾ, ਇਸ ਦਾ ਅਰਥ ਹੈ ਹਰੇਕ ਹਿਰਦੇ ਘਰ ਦੇ ਅੰਦਰ ਇਹ ਸੱਦਾ, ਇਹ ਸੁਨੇਹਾ, ਇਹ ਸਾਹੇ ਦੀ ਚਿੱਠੀ ਪਹੁੰਚੀ ਹੈ। ਇਸ ਦਾ ਪਰਵਾਨਾ ਇਹ ਪਹੁੰਚਿਆ ਹੋਇਆ ਹੈ। ਹਰੇਕ ਜੀਵਨ ਦੇ ਅੰਦਰ ਸਤਿਗੁਰੂ ਅਕਾਲ ਪੁਰਖ ਜੀ ਦੇ ਮਿਲਾਪ ਦੇ ਪਲ ਪਏ ਹੋਏ ਹਨ। ਪਰ ਅਸੀਂ ਕਿਉਂਕਿ ਸਮਾਜ ਦੇ, ਸੰਸਾਰ ਦੇ ਰਸਾਂ ਕਸਾਂ ਵਿੱਚ ਉਲਝੇ ਹੋਏ ਹਾਂ, ਅਸੀਂ ਆਪੋ ਆਪਣੀ ਮਾਇਕ ਦੌੜ ਦੇ ਅੰਦਰ ਹਾਂ। ਇਸ ਲਈ ਅਸੀਂ ਉਹਨਾਂ ਪਲਾਂ ਵੱਲ ਧਿਆਨ ਨਹੀਂ ਦਿੰਦੇ। ਅਸੀਂ ਕਦੀ ਵੀ ਕਰਤੇ ਅਕਾਲ ਪੁਰਖ ਜੀ ਤੋਂ ਵਿਛੜੇ ਹੋਣ ਦਾ ਅਹਿਸਾਸ ਆਪਣੇ ਜੀਵਨ ਦੇ ਅੰਦਰ ਮਹਿਸੂਸ ਨਹੀਂ ਕਰਦੇ। ਇਸੇ ਲਈ ਸਾਨੂੰ ਮਿਲਾਪ ਵਾਲੀਆਂ ਜੋ ਘੜੀਆਂ, ਮਿਲਾਪ ਵਾਲੇ ਜੋ ਗੁਣ ਸਾਡੀ ਜ਼ਿੰਦਗੀ ਅੰਦਰ ਪਏ ਹਨ, ਉਹਨਾਂ ਨੂੰ ਅਸੀਂ ਵਰਤਣ ਦਾ ਯਤਨ ਨਹੀਂ ਕਰਦੇ। ਸਤਿਗੁਰੂ ਆਖਦੇ ਹਨ ਘਰ ਘਰ ਇਹੋ ਪਹੁੰਚਾ, ਹਰੇਕ ਘਰ ਦੇ ਅੰਦਰ, ਹਰੇਕ ਹਿਰਦੇ ਦੇ ਅੰਦਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਮਿਲਾਪ ਦੀ ਇਹ ਚਿੱਠੀ, ਸਾਹੇ ਚਿੱਠੀ ਹੈ। ਸੱਦੜੇ ਨਿਤ ਪਵਨ, ਔਰ ਸਤਿਗੁਰੂ ਦੀ ਕਿਰਪਾ ਨਾਲ ਸਾਨੂੰ ਸੱਦੇ ਵੀ ਰੋਜ਼ ਪੈਂਦੇ ਹਨ ਮਿਲਾਪ ਲਈ। ਸਤਿਗੁਰੂ ਦੇ ਘਰੋਂ ਆਵਾਜ਼ ਵੀ ਨਿਤ ਪੈਂਦੀ ਹੈ, ਪਰ ਅਸੀਂ ਸੁਣੀ ਅਣਸੁਣੀ ਕਰਕੇ ਇਸ ਪਾਸਿਓਂ ਅਵੇਸਲੇ ਰਹਿੰਦੇ ਹਾਂ। ਸਦਨ ਹਾਰਾ ਸਿਮਰਿਐ, ਨਾਨਕ ਸੇ ਦੇ ਆਵਨ। ਸਤਿਗੁਰੂ ਆਖਦੇ ਹੇ ਸਤ ਸੰਗਿਓ, ਉਹ ਸੱਦਾ ਭੇਜਣ ਵਾਲੇ ਪ੍ਰਭੂ ਪਤੀ ਨੂੰ ਯਾਦ ਰੱਖਣਾ ਚਾਹੀਦਾ ਹੈ, ਕਿਉਂਕਿ ਉਹ ਗੁਰੂ ਦੇ ਰਾਹੀਂ ਸਾਨੂੰ ਸੱਦੇ ਭੇਜ ਰਿਹਾ ਹੈ ਮਿਲਾਪ ਲਈ, ਔਰ ਅਸੀਂ ਅਵੇਸਲੇ ਹਾਂ। ਨਹੀਂ, ਅਵੇਸਲੇ ਨਹੀਂ ਹੋਣਾ ਚਾਹੀਦਾ। ਸੱਦਣ ਹਾਰਾ ਸਿਮਰਿਐ, ਉਹਨੂੰ ਯਾਦ ਰੱਖਣਾ ਚਾਹੀਦਾ, ਭੁੱਲਣਾ ਨਹੀਂ ਚਾਹੀਦਾ। ਤੇ ਸਤਿਗੁਰੂ ਅਖੀਰ ਤੇ ਕਵੀ ਛਾਪ ਵਰਤਦਿਆਂ ਹੋਇਆਂ ਆਖਦੇ ਹੇ ਨਾਨਕ, ਸਾਡੇ ਵੀ ਉਹ ਦਿਨ ਨੇੜੇ ਆ ਰਹੇ ਹਨ ਜਦੋਂ ਅਸੀਂ ਸਿਮਰਨਾ ਸ਼ੁਰੂ ਕਰਾਂਗੇ, ਯਾਦ ਕਰਨਾ ਸ਼ੁਰੂ ਕਰਾਂਗੇ। ਸਾਡੇ ਅੰਦਰ ਵੀ ਮਿਲਾਪ ਦੀ ਤਾਂਘ ਪੈਦਾ ਹੋਏਗੀ, ਅਵੇਸਲਾਪਨ ਛੱਡ ਦਿਆਂਗੇ। ਅਸੀਂ ਵੀ ਸਾਹੇ ਚਿੱਠੀ ਦੇ ਅਨੁਸਾਰ ਆਪਣੇ ਜੀਵਨ ਦੇ ਪੰਧ ਨੂੰ ਆਰੰਭ ਕਰਾਂਗੇ। ਤੇ ਸਤਿਗੁਰੂ ਆਖਦੇ ਹੈ ਭਲਿਓ, ਇਹ ਮਿਲਾਪ ਦੇ ਦਿਨ ਨੇੜੇ ਹਨ। ਸਾਡਾ ਵੀ ਮਿਲਾਪ ਅਕਾਲ ਪੁਰਖ ਜੀ ਦੇ ਨਾਲ ਹੋ ਜਾਏਗਾ। ਰਾਗ ਆਸਾ
ਮਹਿਲਾ ਪਹਿਲਾ। ਸਤਿਗੁਰੂ ਜੀ ਦਾ ਸੋਹਿਲਾ ਬਾਣੀ ਦਾ ਇਹ ਦੂਜਾ ਸ਼ਬਦ ਹੈ ਜੋ ਰਾਗ ਆਸਾ ਵਿੱਚੋਂ ਹੈ ਅਤੇ ਗੁਰੂ ਨਾਨਕ ਸਾਹਿਬ ਜੀ ਦਾ ਹੀ ਉਚਾਰਨ ਕੀਤਾ ਹੋਇਆ ਹੈ। ਛੇ ਘਰ ਛੇ ਗੁਰ ਛੇ ਉਪਦੇਸ਼। ਸਤਿਗੁਰੂ ਜੀ ਨੇ ਇਸ ਸ਼ਬਦ ਦੇ ਆਰੰਭ ਵਿੱਚ ਕੁਝ ਅਨਮਤੀ ਵਿਚਾਰ ਨੂੰ ਸਾਹਮਣੇ ਰੱਖ ਕੇ ਫਿਰ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਸਤਿਗੁਰੂ ਆਖਦੇ, ਹੇ ਭਾਈ, 6 ਸ਼ਾਸਤਰ ਹਨ, 6 ਹੀ ਇਹਨਾਂ ਸ਼ਾਸਤਰਾਂ ਦੇ ਚਲਾਉਣ ਵਾਲੇ ਹਨ, ਭਾਵ ਇਹਨਾਂ ਸ਼ਾਸਤਰਾਂ ਨੂੰ ਜੋ ਲਿਖਣ ਵਾਲੇ ਪੈਦਾ ਕਰਨ ਵਾਲੇ ਹਨ, ਅਤੇ ਇਹਨਾਂ ਸ਼ਾਸਤਰਾਂ ਦੇ 6 ਹੀ ਸਿਧਾਂਤ ਹਨ। ਭਾਵ ਹੈ ਸ਼ਾਸਤਰ 6 ਹਨ, ਸ਼ਾਸਤਰਾਂ ਦੇ ਕਰਤੇ ਵੀ 6 ਹਨ। ਜਿਵੇਂ ਕਿ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ 6 ਸ਼ਾਸਤਰਾਂ ਦੇ ਜੋ ਨਾਂ ਹਨ ਉਹ ਦਰਪਣ ਅੰਦਰ ਸਾਡੇ ਲਈ ਲਿਖੇ ਹਨ। ਸ਼ਾਂਖ, ਨਿਆਏ, ਵਿਸ਼ੇਸ਼ਕ, ਯੋਗ, ਮੀਮਾਂਸਾ, ਵੇਦਾਂਤ। ਅਤੇ ਇਹਨਾਂ 6 ਸ਼ਾਸਤਰਾਂ ਨੂੰ ਲਿਖਣ ਵਾਲੇ 6 ਹੀ ਕਰਤੇ ਹਨ ਜਿਨ੍ਹਾਂ ਨੇ ਇਹ ਸ਼ਾਸਤਰਾਂ ਨੂੰ ਪੈਦਾ ਕੀਤਾ ਹੈ। ਪਹਿਲਾ ਹੈ ਕਪਲ, ਦੂਜਾ ਗੌਤਮ, ਤੀਜਾ ਕਣਾਦ, ਚੌਥਾ ਪਤੰਜਲੀ, ਪੰਜਵਾਂ ਜੈਮਨੀ ਅਤੇ 6ਵਾਂ ਵਿਆਸ। ਸਤਿਗੁਰੂ ਆਖਦੇ, ਜਿਵੇਂ 6 ਸ਼ਾਸਤਰ 6 ਹੀ ਇਹਨਾਂ ਦੇ ਲਿਖਣ ਵਾਲੇ ਅਤੇ ਇਹਨਾਂ 6 ਸ਼ਾਸਤਰਾਂ ਦੇ ਵੱਖ-ਵੱਖ ਇੱਕ ਦੂਜੇ ਤੋਂ ਅੱਡ-ਅੱਡ 6 ਹੀ ਉਪਦੇਸ਼ ਸਿਧਾਂਤ ਹਨ। ਗੁਰ ਗੁਰ ਏਕੋ ਵੇਸ ਅਨੇਕ। ਸਤਿਗੁਰੂ ਆਖਦੇ, ਪਰ ਇਹਨਾਂ ਸਾਰਿਆਂ ਦਾ ਮੂਲ ਗੁਰੂ ਪ੍ਰਮਾਤਮਾ ਇੱਕ ਹੈ। ਭਾਵੇਂ ਕਿ ਸ਼ਾਸਤਰ 6 ਹਨ, ਕਰਤੇ 6 ਹਨ ਅਤੇ ਸਿਧਾਂਤ ਵੀ ਵੱਖੋ ਵੱਖ ਅੱਡੋ ਅੱਡ ਹਨ, ਪਰ ਅਸਲੀਅਤ ਇਹ ਹੈ ਕਿ ਮੂਲ ਅਕਾਲ ਪੁਰਖ ਫਿਰ ਵੀ ਇੱਕ ਹੈ। ਇਹ ਸਾਰੇ ਸਿਧਾਂਤ ਉਸ ਪ੍ਰਭੂ ਦੇ ਹੀ ਅਨੇਕਾਂ ਵੇਸ ਹਨ ਜੋ ਵੱਖ-ਵੱਖ ਰੂਪਾਂ ਦੇ ਅੰਦਰ ਸਮਾਜ ਅੰਦਰ ਸਾਨੂੰ ਮਿਲਦੇ ਹਨ। ਕੁੱਲ ਮਿਲਾ ਕੇ ਸਤਿਗੁਰੂ ਜੀ ਇਹ ਸ਼ਬਦ ਦੇ ਰਾਹੀਂ ਬਖਸ਼ਿਸ਼ ਕਰਦੇ ਹਨ ਕਿ ਲਿਖਣ ਵਾਲਿਆਂ ਨੇ ਵੱਖ-ਵੱਖ ਦ੍ਰਿਸ਼ਟੀਕੋਣ ਤੋਂ ਅਕਾਲ ਪੁਰਖ ਜੀ ਬਾਰੇ ਆਪੋ ਆਪਣੇ ਵਿਚਾਰ ਦ੍ਰਿੜ ਕੀਤੇ ਹਨ। ਵੱਖ-ਵੱਖ ਵਿਚਾਰ ਸਾਡੇ ਸਾਹਮਣੇ ਰੱਖਦਿਆਂ ਹੋਇਆਂ ਵੀ ਕਰਤੇ ਨੂੰ ਵੱਖ-ਵੱਖ ਨਹੀਂ ਵੇਖਿਆ ਜਾ ਸਕਦਾ, ਵੰਡਿਆ ਨਹੀਂ ਜਾ ਸਕਦਾ। ਕਰਤੇ ਦਾ ਕੋਈ ਰੂਪ, ਰੇਖ, ਰੰਗ ਆਪੋ ਆਪਣੀ ਮਰਜ਼ੀ ਅਨੁਸਾਰ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ। ਭਾਵੇਂ ਕਰਤਾ ਇੱਕ ਹੈ, ਵੱਖ-ਵੱਖ ਰੂਪਾਂ ਦੇ ਅੰਦਰ ਸ੍ਰਿਸ਼ਟੀ ਦੇ ਅੰਦਰ ਉਹ ਆਪਣਾ ਰੂਪ ਜ਼ਾਹਰ ਕਰ ਰਿਹਾ ਹੈ, ਪਰ ਸਤਿਗੁਰੂ ਆਖਦੇ ਹਨ ਇਹਨਾਂ ਨੇ ਆਪੋ ਆਪਣੇ ਦ੍ਰਿਸ਼ਟੀਕੋਣ ਤੋਂ ਅਕਾਲ ਪੁਰਖ ਜੀ ਨੂੰ ਬਿਆਨਣ ਦਾ ਯਤਨ ਕੀਤਾ ਹੈ। ਬਾਬਾ ਜੈ ਘਰ ਕਰਤੇ ਕੀਰਤ ਹੋਏ। ਸਤਿਗੁਰੂ ਜੀ ਰਹਾਉ ਦੇ ਇਸ ਬੰਦ ਦੀ ਪਹਿਲੀ ਪੰਕਤੀ ਦੇ ਅੰਦਰ ਬਖਸ਼ਿਸ਼ ਕਰਦਿਆਂ ਆਖਦੇ, ਹੇ ਭਾਈ, ਜਿਸ ਸਤਸੰਗ ਘਰ ਵਿੱਚ ਕਰਤਾਰ ਦੀ ਸਿਫਤ ਸਲਾਹ ਹੁੰਦੀ ਹੈ, ਕਰਤੇ ਦੇ ਗੁਣ ਗਾਏ ਜਾਂਦੇ ਹਨ। ਜਿਸ ਸਤ ਸੰਗਤ ਵਿੱਚ ਗੁਰੂ ਦੇ ਸਬੰਧ ਨਾਲ ਗੁਰੂ ਦੇ ਰਾਹੀਂ ਗੁਰੂ ਦੀ ਵਿਚਾਰ ਲੈ ਕੇ ਕਰਤੇ ਨੂੰ ਯਾਦ ਕੀਤਾ ਜਾਂਦਾ ਹੈ, ਤੂੰ ਇਸੇ ਨਾਲ ਹੀ ਆਪਣਾ ਸਬੰਧ ਜੋੜ ਕੇ ਰੱਖ। ਸੋ ਘਰ ਰਾਖ ਵਡਾਈ ਤੋਏ ਰਹਾਓ। ਤੂੰ ਉਸੇ ਸਿਫਤ ਸਲਾਹ ਵਾਲੇ ਘਰ ਸਤ ਸੰਗਤ ਦਾ ਆਸਰਾ ਲਈ ਰੱਖ, ਇਸੇ ਨੂੰ ਸਾਂਭ ਕੇ ਰੱਖ, ਇਸੇ ਵਿੱਚ ਤੇਰੀ ਭਲਾਈ ਹੈ। ਭਾਵ ਸਤਿਗੁਰੂ ਜੀ ਨੇ ਜੋ ਸ਼ਬਦ ਦੇ ਪਹਿਲੇ ਬੰਦ ਅੰਦਰ ਸਾਡੇ ਸਾਹਮਣੇ ਇੱਕ ਵਿਚਾਰ ਰੱਖਿਆ ਸੀ, 6 ਸ਼ਾਸਤਰ ਹਨ, ਸ਼ਾਸਤਰਾਂ ਨੂੰ ਰਚਣ ਵਾਲੇ 6 ਹੀ ਕਰਤੇ ਹਨ ਅਤੇ ਇਹਨਾਂ 6 ਕਰਤਿਆਂ ਨੇ 6 ਸ਼ਾਸਤਰਾਂ ਦੇ ਅੰਦਰ ਵੱਖ-ਵੱਖ ਆਪੋ ਆਪਣੇ ਦ੍ਰਿਸ਼ਟੀਕੋਣ ਬਿਆਨ ਕੀਤੇ ਹਨ। ਸਤਿਗੁਰੂ ਆਖਦੇ, ਹੇ ਭਾਈ, ਇਹੋ ਜਿਹੇ ਵਖਰੇਵਿਆਂ ਵਿੱਚ ਪੈਣ ਨਾਲੋਂ ਚੰਗਾ ਹੈ ਇਹੋ ਜਿਹੇ ਵਖਰੇਵਿਆਂ ਵਿੱਚ ਉਲਝਣ ਦੀ ਥਾਂ 'ਤੇ
ਕਰਤੇ ਬਾਰੇ ਆਪੋ ਆਪਣੇ ਵੱਖਰੇ ਵੱਖਰੇ ਦ੍ਰਿਸ਼ਟੀਕੋਣ ਰਚਣ ਦੀ ਥਾਂ ਤੇ ਚੰਗਾ ਹੈ ਇੱਕੋ ਹੀ ਸਤਸੰਗਤ ਦਾ ਆਸਰਾ ਰੱਖ ਲਿਆ ਜਾਏ, ਔਰ ਸਤਸੰਗਤ ਦਾ ਆਸਰਾ ਰੱਖਦਿਆਂ ਹੋਇਆਂ ਸਿਰਫ ਕਰਤੇ ਦੀ ਕੀਰਤੀ ਨੂੰ ਹੀ ਜੀਵਨ ਦਾ ਆਧਾਰ ਬਣਾਇਆ ਜਾਏ। ਕਰਤੇ ਦੀ ਕੀਰਤੀ ਨੂੰ ਆਧਾਰ ਬਣਾਉਣ ਵਿੱਚ ਹੀ ਸਾਡੀ ਭਲਾਈ ਹੈ, ਇਸੇ ਵਿੱਚ ਹੀ ਸਾਡੀ ਵਡਿਆਈ ਹੈ। ਵਿਸੋਏ ਚਸਿਆਂ ਘੜੀਆਂ ਪਹਿਰਾਂ, ਥਿੱਤੀ ਵਾਰੀ ਮਾਹ ਹੋਆ। ਸਤਿਗੁਰੂ ਜੀ ਨੇ ਪਹਿਲੇ ਵਿਚਾਰ ਨੂੰ ਹੀ ਹੋਰ ਦ੍ਰਿੜ ਕਰਦਿਆਂ ਹੋਇਆਂ ਬਖਸ਼ਿਸ਼ ਕੀਤੀ ਹੈ ਤੇ ਮਹਾਰਾਜ ਆਖਦੇ, ਜਿਵੇਂ ਸਮੇਂ ਨੂੰ ਵੱਖੋ ਵੱਖਰੇ ਢੰਗ ਨਾਲ ਮਾਪਣ ਦਾ ਸਾਡਾ ਆਪੋ ਆਪਣਾ ਤਰੀਕਾ ਹੈ। ਅਸੀਂ ਜੇ ਸਮੇਂ ਨੂੰ ਮਾਪਣਾ ਹੋਵੇ, ਸਮੇਂ ਨੂੰ ਸਮਝਣਾ ਹੋਵੇ, ਤੇ ਅਸੀਂ ਚਸਿਆਂ ਦੇ ਰਾਹੀਂ, ਵਿਸਵਿਆਂ ਦੇ ਰਾਹੀਂ, ਘੜੀਆਂ ਦੇ ਰਾਹੀਂ, ਪਹਿਰਾਂ ਦੇ ਰਾਹੀਂ, ਥਿੱਤਾਂ ਦੇ ਰਾਹੀਂ, ਵਾਰਾਂ, ਮਹੀਨਿਆਂ, ਵਰ੍ਹਿਆਂ ਦੇ ਰਾਹੀਂ ਇਸ ਸਮੇਂ ਨੂੰ ਵੰਡ ਲੈਂਦੇ ਹਾਂ। ਸਮੇਂ ਨੂੰ ਵੱਖ-ਵੱਖ ਕਰਕੇ ਅਸੀਂ ਆਪੋ ਆਪਣੀ ਸਹੂਲਤ ਜਿਹੜੀ ਹੈ ਉਹ ਪੈਦਾ ਕਰ ਲੈਂਦੇ ਹਾਂ। ਪਰ ਸਮੇਂ ਨੂੰ ਵੱਖ-ਵੱਖ ਕਰਕੇ ਵੰਡ ਕੇ ਵੇਖਣ ਦਾ ਇਹ ਸਿਰਫ ਸਾਡਾ ਆਪਣਾ ਨਜ਼ਰੀਆ ਹੈ। ਅਸੀਂ ਆਪਣੀ ਸਹੂਲਤ ਲਈ ਸਮੇਂ ਨੂੰ ਘੰਟਿਆਂ ਵਿੱਚ, ਮਿੰਟਾਂ ਵਿੱਚ, ਸਕਿੰਟਾਂ ਵਿੱਚ, ਦਿਨਾਂ ਵਿੱਚ, ਮਹੀਨਿਆਂ ਵਿੱਚ, ਸਾਲਾਂ ਵਿੱਚ ਵੰਡ ਸਕਦੇ ਹਾਂ। ਸਤਿਗੁਰੂ ਆਖਦੇ ਹੈ, ਜਿਵੇਂ ਸਮੇਂ ਨੂੰ ਅਸੀਂ ਆਪੋ ਆਪਣੀ ਮਰਜ਼ੀ ਨਾਲ, ਆਪੋ ਆਪਣੇ ਤਰੀਕੇ ਨਾਲ ਮਿੰਟਾਂ, ਸਕਿੰਟਾਂ, ਦਿਨਾਂ, ਮਹੀਨਿਆਂ, ਸਾਲਾਂ ਵਿੱਚ ਵੰਡਿਆ ਹੈ, ਇਸੇ ਤਰ੍ਹਾਂ ਜੀਵ ਅਕਾਲ ਪੁਰਖ ਨੂੰ ਵੀ ਵੱਖ-ਵੱਖ ਕਰਕੇ ਵੇਖਣ ਦਾ ਯਤਨ ਕਰਦੇ ਹੈ, ਵੰਡ ਕੇ ਦੇਖਣ ਦਾ ਯਤਨ ਕਰਦੇ ਹੈ। ਜਦੋਂ ਕਿ ਭਲਾਈ ਅਕਾਲ ਪੁਰਖ ਨੂੰ ਵੰਡ ਕੇ ਵੇਖਣ ਵਿੱਚ ਨਹੀਂ, ਆਪੋ ਆਪਣੇ ਦ੍ਰਿਸ਼ਟੀਕੋਣ ਤੈਅ ਕਰਨ ਨਾਲ ਅਕਾਲ ਪੁਰਖ ਦੀ ਸਮਝ ਨਹੀਂ ਲੱਗੇਗੀ, ਸਗੋਂ ਅਕਾਲ ਪੁਰਖ ਦੀ ਵਡਿਆਈ ਕੀਤਿਆਂ ਹੀ ਸਾਡੇ ਜੀਵਨ ਦੀ ਭਲਾਈ ਹੈ। ਸੂਰਜ ਏਕੋ ਰੁੱਤ ਅਨੇਕ। ਸਤਿਗੁਰੂ ਆਖਦੇ, ਹੁਣ ਸੂਰਜ ਇੱਕ ਹੈ, ਪਰ ਸੂਰਜ ਨਾਲ ਸੰਬੰਧਿਤ ਰੁੱਤਾਂ ਵੱਖ-ਵੱਖ ਹਨ। ਜਿਵੇਂ ਸਮਾਂ ਬਦਲਦਾ ਰਹਿੰਦਾ ਹੈ, ਸੂਰਜ ਲਗਾਤਾਰ ਇੱਕ ਰਾਸ਼ ਤੋਂ ਦੂਜੀ ਰਾਸ਼ ਦੇ ਅੰਦਰ ਜਾਂਦਾ ਹੋਇਆ, ਇਹਦੇ ਨਾਲ ਸੰਬੰਧਿਤ ਫਿਰ ਰੁੱਤਾਂ ਬਦਲਦੀਆਂ ਰਹਿੰਦੀਆਂ ਹਨ। ਸਤਿਗੁਰੂ ਆਖਦੇ, ਜਿਵੇਂ ਰੁੱਤਾਂ ਥਿਰ ਨਹੀਂ, ਅੱਗੇ ਤੋਂ ਅੱਗੇ ਨਵੀਆਂ ਰੁੱਤਾਂ ਜਿਹੜੀਆਂ ਉਹ ਸਾਹਮਣੇ ਆ ਜਾਂਦੀਆਂ। ਹਾਲਾਂਕਿ 6 ਰੁੱਤਾਂ ਮਿਥੀਆਂ ਹੋਈਆਂ, ਇੱਕ ਰੁੱਤ ਖਤਮ ਹੁੰਦੀ ਹੈ, ਦੂਜੀ ਰੁੱਤ ਸ਼ੁਰੂ ਹੋ ਜਾਂਦੀ ਹੈ, ਦੂਜੀ ਰੁੱਤ ਖਤਮ ਹੁੰਦੀ ਹੈ ਤਾਂ ਤੀਜੀ ਰੁੱਤ ਸ਼ੁਰੂ ਹੋ ਜਾਂਦੀ ਹੈ। ਸਤਿਗੁਰੂ ਆਖਦੇ, ਸੂਰਜ ਇੱਕ ਹੈ, ਪਰ ਸੂਰਜ ਨਾਲ ਸੰਬੰਧਿਤ ਰੁੱਤਾਂ ਵੱਖ-ਵੱਖ ਹਨ, ਅਨੇਕ ਹਨ। ਨਾਨਕ ਕਰਤੇ ਕੇ ਕੇਤੇ ਵੇਸ। ਕਰਤਾ ਤਾਂ ਇੱਕ ਹੈ, ਪਰ ਕਰਤੇ ਦੇ ਵੇਸ, ਕਰਤੇ ਦੇ ਰੂਪ, ਕਰਤੇ ਦੇ ਇਸ ਸਮਾਜ ਵਿੱਚ ਪ੍ਰਗਟ ਹੋਣ ਦੇ ਜੋ ਢੰਗ ਤਰੀਕੇ ਹਨ ਉਹ ਵੱਖ-ਵੱਖ ਮੰਨੇ ਜਾ ਸਕਦੇ ਹੈ। ਹੇ ਨਾਨਕ, ਕਰਤਾਰ ਦੇ ਇਹ ਸਾਰੇ ਸਿਧਾਂਤ ਅਨੇਕਾਂ ਉਹਦੇ ਆਪਣੇ ਸਰੂਪ ਹਨ, ਵੱਖ-ਵੱਖ ਲੋਕਾਂ ਨੇ ਮਿਥੇ ਹੋਏ ਹਨ। ਜਿਵੇਂ ਸੂਰਜ ਤਾਂ ਭਾਵੇਂ ਇੱਕ ਹੈ, ਪਰ ਸੂਰਜ ਨਾਲ ਸੰਬੰਧਿਤ ਰੁੱਤਾਂ ਵੱਖ-ਵੱਖ ਹਨ। ਸਮਾਂ ਇੱਕ ਹੈ, ਪਰ ਸਮੇਂ ਨੂੰ ਵੰਡ ਕੇ ਦੇਖਣ ਦਾ ਜੋ ਸਾਡਾ ਤਰੀਕਾ ਹੈ ਉਹ ਵੱਖ-ਵੱਖ ਹੈ। ਜਿਵੇਂ ਅਕਾਲ ਪੁਰਖ ਇੱਕ ਹੈ, ਪਰ ਅਕਾਲ ਪੁਰਖ ਨੂੰ ਸਮਝਣ ਵਾਲਿਆਂ ਦੇ ਵਿਚਾਰ ਆਪੋ ਆਪਣੇ ਹਨ, ਉਹ ਆਪਣੇ ਆਪਣੇ ਤਰੀਕੇ ਨਾਲ ਬਿਆਨ ਕਰਦੇ ਹਨ। ਸਤਿਗੁਰੂ ਜੀ ਨੇ ਰਹਾਉ ਵਾਲੇ ਬੰਦ 'ਤੇ ਸਾਨੂੰ ਕੇਂਦਰਿਤ ਕੀਤਾ ਹੈ ਕਿ ਅਸੀਂ ਵਖਰੇਵੇਂ ਵਿੱਚ ਪੈ ਕੇ ਕਰਤੇ ਦਾ ਕੋਈ ਅੰਤ ਨਹੀਂ ਪਾਉਣਾ, ਕਰਤੇ ਦੇ ਬਾਰੇ ਇਹ ਬਿਆਨ ਨਹੀਂ ਕਰਨਾ ਕਿ ਕਰਤਾ ਕਿੰਨਾ ਵੱਡਾ ਹੈ, ਕਰਤੇ ਦੇ ਕਿੰਨੇ ਕੁ ਰੂਪ ਹਨ, ਸਗੋਂ ਇਹ ਦੇਖਣਾ ਹੈ ਕਿ ਕਰਤੇ ਦੀ ਵਡਿਆਈ ਸਾਡੇ ਜੀਵਨ ਲਈ ਕਿੰਨੀ ਲਾਭਦਾਇਕ ਹੈ। ਰਾਗ ਧਨਾਸਰੀ ਮਹਿਲਾ ਪਹਿਲਾ। ਸੋਹਿਲਾ ਬਾਣੀ ਦਾ ਇਹ ਤੀਜਾ ਸ਼ਬਦ ਹੈ। ਗੁਰੂ ਨਾਨਕ ਸਾਹਿਬ ਜੀ ਦਾ ਹੀ ਉਚਾਰਨ ਕੀਤਾ ਹੋਇਆ ਹੈ ਅਤੇ ਰਾਗ ਧਨਾਸਰੀ ਵਿੱਚੋਂ ਹੈ। ਗਗਨ ਮੈ ਥਾਲ ਰਵ ਚੰਦ ਦੀਪਕ ਬਨੇ,
ਤਾਰਿਕਾ ਮੰਡਲ ਜਨਕ ਮੋਤੀ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਜੋ ਇੱਕ ਸਮਾਜ ਅੰਦਰ ਧਾਰਮਿਕ ਤੌਰ ਤੇ ਪ੍ਰਚਲਿਤ ਰਵਾਇਤ ਆਰਤੀ ਦੀ ਚੱਲ ਰਹੀ ਸੀ, ਸਤਿਗੁਰੂ ਜੀ ਨੇ ਇਹਨਾਂ ਸ਼ਬਦਾਂ ਦੁਆਰਾ ਇਸ ਪ੍ਰਚਲਿਤ ਆਰਤੀ ਦਾ ਖੰਡਨ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਸਮਾਜ ਵਿੱਚ ਰਹਿਣ ਵਾਲੇ ਜੀਵਾਂ ਨੂੰ ਇਹ ਬਖਸ਼ਿਸ਼ ਕੀਤੀ ਹੈ ਕਿ ਭਲਿਓ ਸਾਨੂੰ ਆਪਣੇ ਤੌਰ ਤੇ ਆਪਣੀ ਮਰਜ਼ੀ ਨਾਲ ਜੋ ਅਸੀਂ ਛੋਟੀਆਂ-ਮੋਟੀਆਂ ਆਰਤੀਆਂ ਤੈਅ ਕਰਕੇ ਅਕਾਲ ਪੁਰਖ ਦੀ ਪੂਜਾ ਕਰਨ ਦਾ ਯਤਨ ਕਰ ਰਹੇ ਹਾਂ, ਅਸਲ ਵਿੱਚ ਇਹ ਆਰਤੀਆਂ ਸਾਡੀਆਂ ਮਨੋਕਲਪਿਤ ਹਨ। ਕਰਤਾ ਅਕਾਲ ਪੁਰਖ ਜੀ ਦੀ ਆਰਤੀ ਸਾਰੀ ਕੁਦਰਤ ਕਰ ਰਹੀ ਹੈ। ਸਾਰੀ ਕੁਦਰਤ ਅਕਾਲ ਪੁਰਖ ਜੀ ਦੇ ਬਣਾਏ ਨਿਯਮ ਵਿੱਚ, ਭਾਣੇ ਵਿੱਚ ਰਹਿ ਕੇ ਚੱਲ ਰਹੀ ਹੈ। ਜਿਵੇਂ ਕਰਤਾ ਪੁਰਖ ਜੀ ਨੇ ਜਿਹੜੀ ਚੀਜ਼ ਨੂੰ ਟਿਕਾਇਆ ਹੈ, ਜਿਹੜਾ ਵੀ ਉਸ ਨੂੰ ਫਰਜ਼ ਡਿਊਟੀ ਦਿੱਤੀ ਹੈ, ਉਹ ਆਪੋ ਆਪਣੇ ਫਰਜ਼ ਡਿਊਟੀਆਂ ਨਿਭਾ ਰਹੇ ਹਨ। ਸਾਨੂੰ ਕੇਵਲ ਵਿਖਾਵੇ ਦੇ ਤੌਰ ਤੇ ਕੁਝ ਥਾਲ ਅੰਦਰ ਦੀਵੇ ਜਗਾ ਕੇ, ਫੁੱਲ ਰੱਖ ਕੇ ਇਤਿਆਦਿਕ ਕਿਸੇ ਪ੍ਰਚਲਿਤ ਮੂਰਤੀ ਦੇ ਸਾਹਮਣੇ, ਵਿਅਕਤੀ ਦੇ ਸਾਹਮਣੇ ਆਰਤੀਆਂ ਦੀ ਲੋੜ ਨਹੀਂ। ਕਰਤਾ ਅਕਾਲ ਪੁਰਖ ਜੀ ਦੀ ਆਰਤੀ ਜੋ ਕੁਦਰਤ ਕਰ ਰਹੀ ਹੈ, ਸਾਨੂੰ ਇਸ ਪ੍ਰਚਲਿਤ ਆਰਤੀ ਦੇ ਅੰਦਰ ਸ਼ਾਮਲ ਹੋਣਾ ਚਾਹੀਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਜਗਨਨਾਥਪੁਰੀ ਉੜੀਸਾ ਦੇ ਵਿੱਚ ਜਾ ਕੇ ਜੋ ਆਰਤੀ ਦਾ ਇੱਕ ਪ੍ਰਚਲਿਤ ਰੂਪ ਦੇਖਿਆ ਔਰ ਉਸ ਨੂੰ ਖੰਡਨ ਕਰਦਿਆਂ ਹੋਇਆਂ ਸਤਿਗੁਰੂ ਜੀ ਨੇ ਕੁਦਰਤ ਦੀ ਆਰਤੀ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਤੇ ਸਤਿਗੁਰੂ ਜੀ ਇਸ ਮੁਬਾਰਕ ਸ਼ਬਦ ਦੇ ਅੰਦਰ ਬਖਸ਼ਿਸ਼ ਕਰਦਿਆਂ ਹੋਇਆਂ, ਸਾਨੂੰ ਸਮਝਾਉਂਦਿਆਂ ਹੋਇਆਂ ਆਖਦੇ ਹਨ, ਸਾਰਾ ਆਕਾਸ਼ ਮਾਨੋ ਥਾਲ ਹੈ, ਸੂਰਜ ਤੇ ਚੰਦਰਮਾ ਉਸ ਥਾਲ ਵਿੱਚ ਪਏ ਹੋਏ ਦੋ ਦੀਵੇ ਹਨ, ਤਾਰਿਆਂ ਦੇ ਸਮੂਹ ਮਾਨੋ ਥਾਲ ਵਿੱਚ ਮੋਤੀ ਰੱਖੇ ਹੋਏ ਹਨ। ਧੂਪ ਮਲ ਆਣ ਲੋ ਪਵਨ ਚਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਮਲਿਆਨਲੋ ਦਾ ਪਦ ਅਰਥ ਹੈ ਮੱਲਿਆ, ਪਹਾੜ ਵੱਲੋਂ ਆਉਣ ਵਾਲੀ ਹਵਾ। ਕਹਿੰਦੇ ਜਿਹੜੀ ਮੱਲਿਆ ਪਰਬਤ ਵੱਲੋਂ ਖੁਸ਼ਬੂਦਾਰ ਚੰਦਨ ਨਾਲ ਸੁਗੰਧਿਤ ਹੋ ਕੇ ਹਵਾ ਆ ਰਹੀ ਹੈ, ਮਾਨੋ ਕਰਤੇ ਅਕਾਲ ਪੁਰਖ ਜੀ ਦੀ ਇਸ ਕੁਦਰਤ ਦੇ ਅੰਦਰ ਇਹ ਧੂਫ ਆਪਣੇ ਆਪ ਵਿੱਚ ਧੁਖ ਰਿਹਾ ਹੈ। ਹਵਾ ਚੌਰ ਕਰ ਰਹੀ ਹੈ। ਸਾਰੀ ਬਨਸਪਤੀ ਜੋਤ ਰੂਪ ਪ੍ਰਭੂ ਦੀ ਆਰਤੀ ਵਾਸਤੇ ਫੁੱਲ ਅਰਪਣ ਕਰ ਰਹੀ ਹੈ। ਕੈਸੀ ਆਰਤੀ ਹੋਏ। ਹੇ ਕਰਤਾ ਪੁਰਖ ਜੀ, ਤੇਰੀ ਕੈਸੀ ਸੁੰਦਰ ਆਰਤੀ ਹੋ ਰਹੀ ਹੈ। ਕਿੰਨੀ ਸੁੰਦਰ ਆਰਤੀ ਇਹ ਕੁਦਰਤ ਆਪਣੇ ਆਪ ਵਿੱਚ ਕਰ ਰਹੀ ਹੈ। ਭਵ ਖੰਡਨਾ ਤੇਰੀ ਆਰਤੀ। ਹੇ ਜਨਮ ਮਰਨ ਕੱਟਣ ਵਾਲੇ ਪਰਮੇਸ਼ਰ ਜੀ, ਜਿਹੜੇ ਇਹ ਕੁਦਰਤ ਦੇ ਵੱਖ-ਵੱਖ ਪੱਖ ਤੁਹਾਡੀ ਆਰਤੀ ਕਰ ਰਹੇ ਹਨ, ਕਿੰਨੀ ਅਦਭੁਤ, ਭਾਵ ਕਿੰਨੀ ਸੁੰਦਰ, ਸੋਹਣੀ, ਰਹੱਸਮਈ ਇਹ ਆਰਤੀ ਤੁਹਾਡੀ ਚੱਲ ਰਹੀ ਹੈ। ਅਨਹਤਾ ਸ਼ਬਦ ਵਾਜੰਤ ਭੇਰੀ ਰਹਾਓ। ਅਨਹਤਾ, ਅਨਹਤ ਜੋ ਬਿਨਾਂ ਵਜਾਏ ਵੱਜੇ, ਇੱਕ ਰਸ ਵੱਜੇ, ਭਾਵ ਤੁਹਾਡਾ ਜੋ ਹੁਕਮ, ਸ਼ਬਦ ਇਸ ਸਾਰੀ ਕਾਇਨਾਤ ਵਿੱਚ ਇੱਕ ਬਰਾਬਰ ਵੱਜ ਰਿਹਾ ਹੈ ਤੇ ਸਦਾ ਵੱਜ ਰਿਹਾ ਹੈ, ਬਿਨਾਂ ਰੁਕਣ ਤੋਂ ਵੱਜ ਰਿਹਾ ਹੈ। ਸਾਰੇ ਜੀਵਾਂ ਦੇ ਵਿੱਚ ਵੀ ਤੇਰੀ ਹੀ ਜੀਵਨ ਰੌਂ ਚੱਲ ਰਹੀ ਹੈ। ਮਾਨੋ ਤੇਰੀ ਆਰਤੀ ਵਾਸਤੇ ਇਹ ਨਗਾਰੇ ਵੱਜ ਰਹੇ ਹਨ। ਸਹਸ ਤਵ ਨੈਣ ਨਨ ਨੈਣ ਹੈ ਤੋਹੇ ਕਉ, ਸਹਸ ਮੂਰਤ ਨਨਾ ਏਕ ਤੋਹੀ। ਹੇ ਕਰਤਾ ਪੁਰਖ ਜੀ,
ਤੁਹਾਡੀ ਆਪਣੀ ਕੋਈ ਵੀ ਇਸ ਤਰ੍ਹਾਂ ਆਕਾਰ ਵਾਲੀ ਕੋਈ ਮੂਰਤੀ, ਕੋਈ ਸ਼ਕਲੋ ਸੂਰਤ ਤੈਅ ਕਰਕੇ ਬਣਾਇਆ ਹੋਇਆ ਕੋਈ ਆਕਾਰ ਨਹੀਂ ਹੈ, ਪਰ ਸਭ ਜੀਵਾਂ ਵਿੱਚ ਵਿਆਪਕ ਹੋਣ ਕਰਕੇ ਹਜ਼ਾਰਾਂ ਤੇਰੀਆਂ ਅੱਖਾਂ ਹਨ, ਪਰ ਕਿਉਂਕਿ ਤੂੰ ਆਪ ਨਿਰਆਕਾਰ ਹੈ, ਇਸ ਲਈ ਹੇ ਪ੍ਰਭੂ ਤੇਰੀ ਆਪਣੀ ਕੋਈ ਵੀ ਇੱਕ ਅੱਖ ਨਿਸ਼ਚਿਤ ਨਹੀਂ ਕੀਤੀ ਜਾ ਸਕਦੀ। ਹਜ਼ਾਰਾਂ ਹੀ ਤੇਰੀਆਂ ਆਪਣੀਆਂ ਸ਼ਕਲਾਂ ਹਨ ਜੋ ਇਸ ਕੁਦਰਤ ਦੇ ਅੰਦਰ ਦਿਖਾਈ ਦਿੰਦੀਆਂ ਹਨ, ਪਰ ਉਂਝ ਇਸ ਕੁਦਰਤ ਨੂੰ ਛੱਡ ਕੇ ਤੇਰੀ ਆਪਣੀ ਇੱਕ ਵੀ ਮੂਰਤੀ ਨਹੀਂ ਬਣਾਈ ਜਾ ਸਕਦੀ, ਕੋਈ ਸ਼ਕਲ ਤਿਆਰ ਨਹੀਂ ਕੀਤੀ ਜਾ ਸਕਦੀ। ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਸ ਤਵ ਗੰਧ ਇਮ ਚਲਤ ਮੋਹੀ। ਹੇ ਵਾਹਿਗੁਰੂ ਅਕਾਲ ਪੁਰਖ ਜੀ, ਹਜ਼ਾਰਾਂ ਸੋਹਣੇ ਤੇਰੇ ਪੈਰ ਹਨ, ਪਰ ਕਿਉਂਕਿ ਤੂੰ ਨਿਰਆਕਾਰ ਹੈ, ਇਸ ਲਈ ਤੇਰਾ ਆਪਣਾ ਨਿੱਜੀ ਤੌਰ ਤੇ ਕੋਈ ਪੈਰ ਨਹੀਂ ਹੈ। ਹਜ਼ਾਰਾਂ ਤੇਰੇ ਨੱਕ ਹਨ, ਪਰ ਕਿਉਂਕਿ ਨਿਰਆਕਾਰ ਹੋਣ ਕਰਕੇ ਤੇਰਾ ਆਪਣਾ ਕੋਈ ਵੀ ਨੱਕ ਨਹੀਂ ਹੈ। ਤੇਰੇ ਕੌਤਕਾਂ ਨੇ ਮੈਨੂੰ ਬਹੁਤ ਹੈਰਾਨ ਕੀਤਾ ਹੈ। ਮੈਂ ਬਹੁਤ ਪਿਆਰ ਨਾਲ ਤੇਰੀ ਇਸ ਆਰਤੀ ਨੂੰ ਤੱਕ ਰਿਹਾ ਹਾਂ, ਤੇਰੇ ਇਹਨਾਂ ਚੋਜਾਂ ਨੂੰ ਤੱਕ ਰਿਹਾ ਹਾਂ। ਸਤਿਗੁਰੂ ਜੀ ਨੇ ਬਖਸ਼ਿਸ਼ ਕਰਦਿਆਂ ਹੋਇਆਂ ਇਸ ਬੰਦ ਦੇ ਅੰਦਰ ਇਹ ਸਮਝਾਉਣ ਦਾ ਯਤਨ ਕੀਤਾ ਹੈ ਕਿ ਕਰਤਾ ਅਕਾਲ ਪੁਰਖ ਜੀ ਆਪ ਨਿਰਆਕਾਰ ਹਨ, ਕਰਤੇ ਦਾ ਆਪਣਾ ਕੋਈ ਆਕਾਰ ਨਹੀਂ। ਆਪਾਂ ਜਪ ਬਾਣੀ ਅੰਦਰ ਵੀ ਪੜ੍ਹਦੇ ਹਾਂ ਤੇ ਸਤਿਗੁਰੂ ਜੀ ਨੇ ਬਖਸ਼ਿਸ਼ ਕਰਦਿਆਂ ਜਪ ਬਾਣੀ ਦੇ ਅੰਦਰ ਵੀ ਸਾਨੂੰ ਇਹ ਸੋਝੀ ਬਖਸ਼ਿਸ਼ ਕੀਤੀ ਹੈ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਸਤਿਗੁਰੂ ਜੀ ਸੁਖਮਣੀ ਬਾਣੀ ਦੇ ਅੰਦਰ ਵੀ ਕੁਝ ਇਸੇ ਤਰ੍ਹਾਂ ਦਾ ਭਾਵ ਸਾਨੂੰ ਸਪਸ਼ਟ ਕਰਦੇ ਹਨ ਤੇ ਬਖਸ਼ਿਸ਼ ਕਰਦਿਆਂ ਆਖਦੇ ਹਨ, ਨਿਰਗੁਣ ਸਰਗੁਣ ਨਿਰੰਕਾਰ ਸ਼ੁੰਨ ਸਮਾਧੀ ਆਪ। ਅਕਾਲ ਪੁਰਖ ਜੀ ਜਿੱਥੇ ਨਿਰਗੁਣ ਭਾਵ ਨਿਰਆਕਾਰ ਹਨ, ਉੱਥੇ ਇਸ ਸ੍ਰਿਸ਼ਟੀ ਦੇ ਰਾਹੀਂ ਸਰਗੁਣ ਸਰੂਪ ਵੀ ਹਨ। ਆਪ ਸ੍ਰਿਸ਼ਟੀ ਵਿੱਚ ਰਚ ਕੇ ਜੀਵਾਂ ਵਿੱਚ ਪ੍ਰਕਿਰਤੀ ਦੇ ਵੱਖ-ਵੱਖ ਰੂਪਾਂ ਦੇ ਵਿੱਚ ਦੀ ਦਰਸ਼ਨ ਦਿੰਦੇ ਹਨ। ਸਭ ਮੈਂ ਜੋਤ ਜੋਤ ਹੈ ਸੋਏ। ਹੇ ਅਕਾਲ ਪੁਰਖ ਸਾਰੇ ਜੀਵਾਂ ਵਿੱਚ ਤੇਰੀ ਹੀ ਜੋਤ ਵਰਤ ਰਹੀ ਹੈ, ਤੇਰੀ ਹੀ ਇੱਕ ਰੌਂ ਸਾਰੇ ਜੀਵਾਂ ਦੇ ਅੰਦਰ ਪ੍ਰਚਲਿਤ ਹੋ ਰਹੀ ਹੈ। ਤਿਸ ਦੈ ਚਾਨਣ ਸਭ ਮੈਂ ਚਾਨਣ ਹੋਏ। ਤੇਰੀ ਇਸ ਜੋਤ ਦੇ ਪ੍ਰਕਾਸ਼ ਨਾਲ ਸਾਰੇ ਜੀਵਾਂ ਵਿੱਚ ਚਾਨਣ ਹੋ ਰਿਹਾ ਹੈ, ਭਾਵ ਜੋ ਜੀਵਾਂ ਵਿੱਚ ਸੂਝ ਬੂਝ ਵਰਤ ਰਹੀ ਹੈ, ਇਹ ਤੇਰੀ ਹੀ ਜੋਤ ਦਾ ਪ੍ਰਕਾਸ਼ ਹੈ। ਗੁਰ ਸਾਖੀ ਜੋਤ ਪ੍ਰਗਟ ਹੋਏ। ਇਸ ਸੂਝ ਬੂਝ ਦੀ ਸਮਝ ਵਿਅਕਤੀ ਨੂੰ ਆਪਣੇ ਆਪ ਵਿੱਚ ਨਹੀਂ ਆਉਂਦੀ। ਇਸ ਜੋਤ ਨੂੰ, ਇਸ ਸੂਝ ਬੂਝ ਨੂੰ, ਜੀਵਾਂ ਦੇ ਅੰਦਰ ਚੱਲਦੀ ਇਸ ਰੌਂ ਨੂੰ ਪ੍ਰਗਟ ਕਰਨ ਲਈ, ਸਮਝਣ ਲਈ ਗੁਰੂ ਸਿੱਖਿਆ ਦੀ ਅਤ ਜ਼ਰੂਰਤ ਹੈ। ਗੁਰੂ ਦੀ ਸਿੱਖਿਆ ਨਾਲ ਹੀ ਅਕਾਲ ਪੁਰਖ ਜੀ ਵਾਲੀ ਇਹ ਸੋਹਣੀ ਸੋਝੀ ਬਖਸ਼ਿਸ਼ ਹੁੰਦੀ ਹੈ। ਜੋ ਤਿਸ ਭਾਵੈ ਸੋ ਆਰਤੀ ਹੋਏ। ਹੇ ਵਾਹਿਗੁਰੂ ਅਕਾਲ ਪੁਰਖ ਜੋ ਤੈਨੂੰ ਭਾਉਂਦਾ ਹੈ, ਜੋ ਤੈਨੂੰ ਚੰਗਾ ਲੱਗਦਾ ਹੈ, ਜਿਸ ਤਰੀਕੇ ਨਾਲ ਤੇਰੇ ਬਣੇ ਹੋਏ ਨਿਯਮ, ਜੋ ਤੇਰਾ ਇਹ ਵਰਤਾਰਾ ਹੈ ਸ੍ਰਿਸ਼ਟੀ ਦਾ, ਜਦੋਂ ਅਸੀਂ ਇਹਦੇ ਵਿੱਚ ਰਹਿ ਕੇ ਤੁਰਦੇ ਹਾਂ, ਤੇਰੇ ਭਾਣੇ ਨੂੰ ਮੰਨ ਕੇ ਚੱਲਦੇ ਹਾਂ, ਅਸਲ ਵਿੱਚ ਸਾਡੇ ਲਈ ਇਹੋ ਹੀ ਆਰਤੀ ਹੈ। ਸਾਡੇ ਲਈ ਸੋਹਣੀ ਆਰਤੀ ਤੇਰੇ ਨਿਯਮ ਵਿੱਚ ਚੱਲਣਾ ਹੀ ਹੈ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ ਆਨੰਦਨੋ ਮੋਹ ਆਹੀ ਪਿਆਸਾ। ਹੇ ਰੱਬ ਜੀ ਤੇਰੇ ਚਰਨ ਰੂਪ ਕੌਲ ਫੁੱਲਾਂ ਦੇ ਰਸ ਲਈ ਮੇਰਾ ਮਨ ਭੌਰਾ ਲਲਚਾਉਂਦਾ ਹੈ। ਤੇਰੇ ਚਰਨ ਕਮਲਾਂ ਦੇ ਮਕਰੰਦ ਨੂੰ ਮਾਨਣ ਲਈ ਮੇਰਾ ਭੌਰਾ ਸਦਾ ਹੀ ਤਾਂਘਦਾ ਹੈ। ਹਰ ਰੋਜ਼ ਮੈਨੂੰ ਇਸੇ ਰਸ ਦੀ ਪਿਆਸ
ਲੱਗੀ ਹੋਈ ਹੈ। ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰਾ ਨਾਏ ਵਾਸਾ। ਸਾਧ ਸੰਗਤ ਜੀ, ਸਾਰੰਗ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਰੂਪਾਂ ਵਿੱਚ ਵਰਤਿਆ ਮਿਲਦਾ ਹੈ, ਪਰ ਇੱਥੇ ਸਤਿਗੁਰੂ ਜੀ ਨੇ ਸਾਰੰਗ ਸ਼ਬਦ ਪਪੀਏ ਲਈ ਵਰਤਿਆ ਹੈ ਤੇ ਸਤਿਗੁਰੂ ਜੀ ਆਖਦੇ ਹਨ, ਮੈਂ ਤੇਰਾ ਪਪੀਆ ਹਾਂ ਤੇ ਮੈਨੂੰ ਤੇਰੇ ਹੀ ਮਿਹਰ ਜਲ ਦੀ ਤਾਂਘ ਹੈ, ਇੱਛਾ ਹੈ, ਜਿਸ ਦੀ ਬਰਕਤ ਨਾਲ ਮੈਂ ਤੇਰੇ ਨਾਮ ਵਿੱਚ ਟਿਕਿਆ ਰਾਂ। ਕਿਰਪਾ ਕਰਕੇ ਮੈਨੂੰ ਨਾਮ ਜਲ, ਉਪਦੇਸ਼ ਦਾ ਜਲ ਬਖਸ਼ਿਸ਼ ਕਰ, ਤਾਂ ਕਿ ਮੇਰੇ ਜੀਵਨ ਦੀ ਪਿਆਸ ਬੁਝ ਜਾਏ ਅਤੇ ਮੇਰਾ ਜੀਵਨ ਸਫਲ ਹੋ ਜਾਏ। ਰਾਗ ਗੌੜੀ ਪੂਰਬੀ ਮਹਿਲਾ ਚੌਥਾ। ਗੁਰੂ ਰਾਮਦਾਸ ਜੀ ਦਾ ਉਚਾਰਨ ਕੀਤਾ ਹੋਇਆ ਸੋਹਿਲੇ ਦਾ ਇਹ ਚੌਥਾ ਸ਼ਬਦ ਹੈ ਅਤੇ ਰਾਗ ਗੌੜੀ ਪੂਰਬੀ ਵਿੱਚ ਉਚਾਰਨ ਕੀਤਾ ਹੋਇਆ ਹੈ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਇਸ ਪਾਵਨ ਸ਼ਬਦ ਅੰਦਰ ਸਾਡੇ ਜੀਵਨ ਦੇ ਇਸ ਵਰਤਾਰੇ ਨੂੰ ਬੜੇ ਪਿਆਰੇ ਸ਼ਬਦਾਂ ਦੇ ਵਿੱਚ ਪ੍ਰਗਟ ਕਰਦੇ ਹਨ। ਸਤਿਗੁਰੂ ਆਖਦੇ, ਮਨੁੱਖ ਦਾ ਇਹ ਸਰੀਰ ਸ਼ਹਿਰ ਕਾਮ ਕ੍ਰੋਧ ਨਾਲ ਭਰਿਆ ਰਹਿੰਦਾ ਹੈ। ਇਹ ਮਨੁੱਖ ਦਾ ਸਰੀਰ ਵਿਕਾਰਾਂ ਦੇ ਨਾਲ ਸਦਾ ਹੀ ਨਕਾ ਨਕ ਰਹਿੰਦਾ ਹੈ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੈ। ਸਤਿਗੁਰੂ ਜੀ ਆਖਦੇ ਹਨ, ਜਿਸ ਮਨੁੱਖ ਨੂੰ ਆਪਣੀ ਜ਼ਿੰਦਗੀ ਅੰਦਰ ਗੁਰੂ ਦੀ ਸਿੱਖਿਆ ਨਾਲ ਸੋਝੀ ਪੈਦਾ ਹੋਣੀ ਸ਼ੁਰੂ ਹੋਈ, ਜਿਸ ਮਨੁੱਖ ਨੇ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਵਾਲੇ ਰਾਹ ਤੇ ਤੁਰਦਿਆਂ ਹੋਇਆਂ ਸਹਿਜ ਸਹਿਜ ਆਪਣੇ ਮੂਲ ਨੂੰ ਪਛਾਣਨ ਲਈ ਯਤਨ ਸ਼ੁਰੂ ਕੀਤੇ, ਪੂਰਬ ਲਿਖਤ ਲਿਖੇ ਅਨੁਸਾਰ, ਭਾਵ ਜਿਸ ਨੇ ਪਹਿਲਾਂ ਤਿਆਰੀ ਆਪਣੇ ਜੀਵਨ ਵਿੱਚ ਆਰੰਭ ਕਰ ਲਈ, ਉਸ ਨੇ ਗੁਰੂ ਨਾਲ ਪੱਕੀ ਸਾਂਝ ਪਾ ਲਈ, ਉਸ ਨੇ ਗੁਰੂ ਦੀ ਨੇੜਤਾ ਪ੍ਰਾਪਤ ਕਰ ਲਈ ਤੇ ਸਤਿਗੁਰੂ ਆਖਦੇ, ਉਸ ਦੇ ਮਨ ਵਿੱਚ ਅਕਾਲ ਪੁਰਖ ਜੀ ਦੀ ਲਿਵ, ਅਕਾਲ ਪੁਰਖ ਜੀ ਨਾਲ ਸਾਂਝ ਜਿਹੜੀ ਹੈ ਉਹ ਸਦਾ ਹੀ ਬਣੀ ਰਹਿੰਦੀ ਹੈ। ਮੰਡਲ ਮੰਡਾ, ਉਹ ਵਿਅਕਤੀ ਸਦਾ ਹੀ ਅਕਾਲ ਪੁਰਖ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ। ਕਰ ਸਾਧੂ ਅੰਜੁਲੀ ਪੁੰਨ ਵੱਡਾ ਹੈ। ਸਤਿਗੁਰੂ ਜੀ ਆਖਦੇ, ਇਸੇ ਕਰਕੇ ਸਾਨੂੰ ਗੁਰੂ ਅੱਗੇ ਹੱਥ ਜੋੜ ਕੇ ਤੇ ਇਸੇ ਤਰ੍ਹਾਂ ਇਸ ਭਲੇ ਕੰਮ ਲਈ ਤਿਆਰ ਰਹਿਣਾ ਚਾਹੀਦਾ ਹੈ। ਇਹ ਬੜਾ ਨੇਕ ਕੰਮ ਹੈ, ਇਹ ਬੜਾ ਸ਼ੋਭਾ ਵਾਲਾ ਕੰਮ ਹੈ ਕਿ ਦੋਵੇਂ ਹੱਥ ਜੋੜ ਕੇ ਅਸੀਂ ਸਤਿਗੁਰੂ ਦੇ ਅੱਗੇ ਹੀ ਹਾਜ਼ਰ ਰਹੀਏ, ਸਤਿਗੁਰੂ ਦੇ ਉੱਤੇ ਹੀ ਆਸ ਭਰੋਸਾ ਰੱਖੀਏ, ਕਿਉਂਕਿ ਇਹ ਸਰੀਰ ਕਾਮ ਕ੍ਰੋਧ ਆਦਿਕ ਵਿਕਾਰਾਂ ਨਾਲ ਭਰਿਆ ਹੋਇਆ ਹੈ। ਜੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਵਿਕਾਰਾਂ ਨਾਲ ਇਹ ਜੀਵਨ ਭਰਿਆ ਹੋਏਗਾ ਤਾਂ ਪਰੇਸ਼ਾਨੀਆਂ ਵੀ ਵੱਧ ਹੋਣਗੀਆਂ, ਖੁਆਰੀ ਵੱਧ ਹੋਏਗੀ ਔਰ ਦੁਖੀ ਹੁੰਦਿਆਂ ਹੋਇਆਂ ਇਸ ਜੀਵਨ ਨੂੰ ਜਿੱਤ ਦੀ ਥਾਂ ਤੇ ਹਾਰ ਵਾਲੇ ਪਾਸੇ ਅਸੀਂ ਲੈ ਤੁਰਾਂਗੇ। ਪਰ ਜੇ ਸਹਿਜ ਸਹਿਜ ਸਾਡੀ ਸਾਂਝ, ਸਾਡਾ ਸਬੰਧ ਸਤਿਗੁਰੂ ਦੀ ਸਿੱਖਿਆ ਨਾਲ ਬਣ ਜਾਏ ਤੇ ਸਤਿਗੁਰੂ ਦੀ ਸਿੱਖਿਆ ਸਾਨੂੰ ਕਾਮ ਕ੍ਰੋਧ ਵੱਲੋਂ ਹਟਾ ਕੇ ਅਕਾਲ ਪੁਰਖ ਜੀ ਦੇ ਦਇਆ, ਸੰਤੋਖ, ਸੱਚ, ਧੀਰਜ, ਧਰਮ ਇਹਨਾਂ ਗੁਣਾਂ ਵੱਲ ਲੈ ਕੇ ਤੁਰਦੀ ਹੈ। ਸਤਿਗੁਰੂ ਆਖਦੇ, ਇਸੇ ਕਰਕੇ ਇਹ ਭਲਾ ਕੰਮ ਹੈ ਗੁਰੂ ਅੱਗੇ ਨਿਮਰਤਾ ਸਹਿਤ ਸਦਾ ਹਾਜ਼ਰ ਰਹਿਣਾ, ਆਸ ਭਰੋਸਾ ਗੁਰੂ ਤੇ ਰੱਖਣਾ। ਕਰ ਡੰਡੌਤ ਪੁੰਨ ਵੱਡਾ ਹੈ ਰਹਾਓ। ਸਤਿਗੁਰੂ ਆਖਦੇ ਹਨ, ਹੇ ਮਨੁੱਖ, ਗੁਰੂ ਅੱਗੇ ਢਹਿ ਪਾਓ, ਗੁਰੂ ਦੇ ਅੱਗੇ ਆਪਣਾ ਆਪ ਸਮਰਪਣ ਕਰ ਦੇ। ਗੁਰੂ ਨੂੰ ਆਪਾ ਭਾਵ ਸਮਰਪਣ ਕਰਨਾ ਇਹ ਬਹੁਤ ਨੇਕ ਕੰਮ ਹੈ, ਵੱਡੇ ਪੁੰਨ ਵਾਲਾ ਕੰਮ ਹੈ।
ਸਾਕਤ ਹਰ ਰਸ ਸਾਧ ਨਾ ਜਾਣਿਆ, ਤਿੰਨ ਅੰਤਰ ਹਉਮੈ ਕੰਡਾ ਹੈ। ਸਾਕਤ, ਸਾਕਤ ਭਾਵੇਂ ਕਿ ਸਮਾਜ ਵਿੱਚ ਜਦੋਂ ਅਸੀਂ ਤੁਰਦੇ ਹਾਂ ਤਾਂ ਸਮਾਜ ਵਿੱਚ ਤੁਰਦੇ ਹਾਂ ਸਾਡੇ ਬਹੁਤੇ ਲੋਕ ਭੁਲੇਖਿਆਂ ਦੇ ਸ਼ਿਕਾਰ ਜਿਹੜੇ ਹਨ ਉਹ ਕੁਝ ਆਪਣੇ ਤਰੀਕੇ ਨਾਲ ਸੋਚਦੇ ਹਨ ਕਿ ਜਿਹੜਾ ਵਿਅਕਤੀ ਕਿਸੇ ਭਰਮ ਭੁਲੇਖੇ ਪਖੰਡ ਨੂੰ ਨਹੀਂ ਮੰਨਦਾ ਜਾਂ ਕਿਸੇ ਭਰਮ ਭੁਲੇਖੇ ਪਖੰਡ ਦੇ ਖਿਲਾਫ ਬੋਲਦਾ ਹੈ ਤਾਂ ਸਾਡੇ ਲੋਕ ਉਸ ਨੂੰ ਸਾਕਤ ਕਹਿ ਕੇ ਬੁਲਾਉਂਦੇ ਹਨ। ਪਰ ਸਤਿਗੁਰੂ ਦੀ ਬਾਣੀ ਨੇ ਸਾਕਤ ਮਨੁੱਖ ਦੀ ਪਰਿਭਾਸ਼ਾ ਕੁਝ ਵੱਖਰੀ ਦਿੱਤੀ ਹੈ। ਸਤਿਗੁਰੂ ਦੀ ਬਾਣੀ ਸਾਕਤ ਉਸ ਮਨੁੱਖ ਨੂੰ ਕਹਿੰਦੀ ਹੈ ਜਿਹੜਾ ਅਕਾਲ ਪੁਰਖ ਨੂੰ ਛੱਡ ਕੇ ਤੇ ਕੇਵਲ ਮਾਇਆ ਦਾ ਬੁਰਾਈਆਂ ਦਾ ਪੁਜਾਰੀ ਹੈ। ਜਿਹੜਾ ਅਕਾਲ ਪੁਰਖ ਤੋਂ ਗੁਰੂ ਤੋਂ ਇਲਾਵਾ ਕਿਤੇ ਹੋਰ ਵੀ ਟੇਕ ਰੱਖਦਾ ਹੈ, ਭਰੋਸਾ ਰੱਖਦਾ ਹੈ, ਜਿਹੜਾ ਆਪਣੇ ਜੀਵਨ ਅੰਦਰ ਕਪਟ ਰੱਖਦਾ ਹੈ, ਧੋਖਾ ਰੱਖਦਾ ਹੈ, ਈਰਖਾ ਨਫ਼ਰਤ ਰੱਖਦਾ ਹੈ, ਸਤਿਗੁਰੂ ਉਸ ਨੂੰ ਸਾਕਤ ਮਨੁੱਖ ਕਹਿ ਕੇ ਸੰਬੋਧਨ ਕਰਦੇ ਹਨ। ਦਾਤਾਰ ਜੀ ਇਸ ਸ਼ਬਦ ਦੀ ਇਸ ਪੰਕਤੀ ਦੇ ਅੰਦਰ ਬਖਸ਼ਿਸ਼ ਕਰਦਿਆਂ ਆਖਦੇ ਹਨ, ਜਿਹੜੇ ਮਨੁੱਖ ਪਰਮਾਤਮਾ ਨਾਲੋਂ ਟੁੱਟੇ ਹੋਏ ਹਨ ਉਹ ਉਸ ਦੇ ਨਾਮ ਦੇ ਰਸ ਦੇ ਸਵਾਦ ਨੂੰ ਸਮਝ ਨਹੀਂ ਸਕਦੇ। ਉਹਨਾਂ ਦੇ ਮਨ ਵਿੱਚ ਹੰਕਾਰ ਦਾ ਮਾਨੋ ਕੰਡਾ ਹੈ। ਉਹ ਇਸ ਕੰਡੇ ਦੇ ਕਾਰਨ ਹਰੀ ਸਵਾਦ ਤੋਂ, ਪਰਮੇਸ਼ਰ ਦੇ ਉਪਦੇਸ਼ ਦੇ ਰਸ ਤੋਂ ਸਦਾ ਵਾਂਝੇ ਰਹਿੰਦੇ ਹਨ। ਜਿਉਂ ਜਿਉਂ ਚਲੈ ਚੁਬੈ ਦੁਖ ਪਾਵੈ, ਜਮਕਾਲ ਸਹੈ ਸਿਰ ਡੰਡਾ ਹੈ। ਉਹ ਮਨੁੱਖ ਜਿਵੇਂ ਜਿਵੇਂ ਚੱਲਦੇ ਹਨ, ਜਿਵੇਂ ਜਿਵੇਂ ਜ਼ਿੰਦਗੀ ਦਾ ਸਫ਼ਰ ਤੈਅ ਕਰਦੇ ਹਨ, ਜਿਵੇਂ ਜਿਵੇਂ ਸੰਸਾਰ ਦੇ ਕਾਰ ਵਿਹਾਰ ਸੰਸਾਰਕ ਜ਼ਿੰਮੇਵਾਰੀਆਂ ਨਿਭਾਉਂਦੇ ਹਨ, ਜਿਵੇਂ ਜਿਵੇਂ ਚੱਲਦੇ ਹਨ ਜ਼ਿੰਦਗੀ ਦੇ ਅੰਦਰ, ਇਹ ਹਉਮੈ ਦਾ ਕੰਡਾ ਜੋ ਜੀਵਨ ਵਿੱਚ ਹੈ ਇਹ ਉਹਨਾਂ ਨੂੰ ਚੁਭਦਾ ਹੈ, ਦੁਖੀ ਕਰਦਾ ਹੈ। ਔਰ ਸਤਿਗੁਰੂ ਆਖਦੇ ਜਮਕਾਲ ਸਹੈ ਸਿਰ ਡੰਡਾ ਹੈ। ਰੱਬੀ ਸਿਧਾਂਤ ਤੋਂ ਟੁੱਟੇ ਹੋਣ ਕਰਕੇ, ਗੁਰੂ ਸਿੱਖਿਆ ਤੋਂ ਮੂੰਹ ਮੋੜ ਲੈਣ ਕਰਕੇ, ਕਾਮ ਕ੍ਰੋਧ ਦੇ ਪੁਜਾਰੀ ਹੋਣ ਕਰਕੇ ਉਹ ਸਦਾ ਹੀ ਜਮਾਂ ਦੀ ਮਾਰ ਝੱਲਦੇ ਹਨ। ਜਮਾਂ ਦਾ ਡੰਡਾ ਸਦਾ ਹੀ ਉਹਨਾਂ ਦੇ ਸਿਰ ਤੇ ਪੈਂਦਾ ਹੈ। ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਸਾਕਤ ਦੀ ਪਰਿਭਾਸ਼ਾ ਨੂੰ ਬੜੇ ਪਿਆਰੇ ਸ਼ਬਦਾਂ ਦੇ ਅੰਦਰ ਹੋਰ ਵੀ ਰੂਪਮਾਨ ਕੀਤਾ ਹੈ। ਸਤਿਗੁਰੂ ਆਖਦੇ ਹਨ, ਅੰਮ੍ਰਿਤ ਕੌਰਾ ਵਿਖਿਆ ਮੀਠੀ, ਸਾਕਤ ਕੀ ਬਿਧ ਨੈਣੋ ਡੀਠੀ। ਇਹ ਸਾਕਤ ਦੀ ਬਿਧ ਹੈ, ਇਹ ਸਾਕਤ ਦਾ ਜਿਉਣ ਢੰਗ ਹੈ। ਉਹਨੂੰ ਅੰਮ੍ਰਿਤ ਕੌੜਾ ਲੱਗਦਾ ਹੈ, ਜ਼ਹਿਰ ਮਿੱਠੀ ਲੱਗਦੀ ਹੈ। ਉਹਨੂੰ ਝੂਠ ਪਸੰਦ ਲੱਗਦਾ ਹੈ, ਚੋਰੀ ਚੰਗੀ ਲੱਗਦੀ ਹੈ। ਉਹਨੂੰ ਕ੍ਰੋਧ ਚੰਗਾ ਲੱਗਦਾ ਹੈ, ਉਹਨੂੰ ਕਾਮੀ ਵਾਸ਼ਨਾਵਾਂ ਚੰਗੀਆਂ ਲੱਗਦੀਆਂ ਹਨ। ਪਰ ਸਤਿਗੁਰੂ ਅਕਾਲ ਪੁਰਖ ਜੀ ਦੇ ਬਖਸ਼ਿਸ਼ ਕੀਤੇ ਹੋਏ ਸੋਹਣੇ ਨੇਮ ਸਤ, ਸੰਤੋਖ, ਦਇਆ, ਧਰਮ, ਧੀਰਜ, ਇਮਾਨਦਾਰੀ ਇਹ ਪਸੰਦ ਨਹੀਂ, ਇਹ ਕੌੜੇ ਲੱਗਦੇ ਹਨ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੈ। ਪਰ ਸਤਿਗੁਰੂ ਜੀ ਨਾਲ ਹੀ ਇਹ ਬਖਸ਼ਿਸ਼ ਕਰਦਿਆਂ ਜ਼ਿੰਦਗੀ ਦਾ ਦੂਜਾ ਪਾਸਾ ਵੀ ਸਮਝਾਉਂਦੇ ਹਨ ਕਿ ਸਾਕਤ ਆਪਣੇ ਰਾਹ ਤੁਰਦਾ ਹੈ ਤੇ ਜੀਵਨ ਵਿੱਚ ਜੋ ਹਉਮੈ ਦਾ ਕੰਡਾ ਹੈ ਉਸ ਕਾਰਨ ਸਦਾ ਦੁਖੀ ਰਹਿੰਦਾ ਹੈ। ਸਤਿਗੁਰੂ ਜੀ ਦੂਜਾ ਪਾਸਾ ਪੇਸ਼ ਕਰਦਿਆਂ ਆਖਦੇ ਹਨ, ਪਰਮਾਤਮਾ ਦੇ ਪਿਆਰੇ ਬੰਦੇ ਪਰਮਾਤਮਾ ਦੇ ਨਾਮ ਉਪਦੇਸ਼ ਵਿੱਚ ਜੁੜੇ ਰਹਿੰਦੇ ਹਨ। ਉਹਨਾਂ ਦਾ ਸੰਸਾਰ ਵਿੱਚ ਜੰਮਣ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ। ਉਹ ਆਵਾਗਮਨ ਵਿੱਚੋਂ ਨਿਕਲ ਜਾਂਦੇ ਹਨ। ਜਿਵੇਂ ਕਿ ਸਤਿਗੁਰੂ ਜੀ ਨੇ ਪਾਵਨ ਬਾਣੀ ਦੇ ਅੰਦਰ ਸਾਨੂੰ ਆਵਾਗਮਨ ਦੀ ਵਿਚਾਰ ਵੀ ਬੜੇ ਖੂਬਸੂਰਤ ਸ਼ਬਦਾਂ ਵਿੱਚ ਸਮਝਾਈ ਹੈ। ਤੇ ਦਾਤਾ ਜੀ ਆਖਦੇ ਹਨ, ਕਬਹੂ ਜੀਅੜਾ ਊਬ ਚੜ੍ਹਤ ਹੈ, ਕਬਹੂ ਜਾਏ ਭਿਆਲੇ, ਲੋਭੀ ਜੀਅੜਾ ਥਿਰ ਨਾ ਰਹਿਤ ਹੈ, ਚਾਰੇ ਕੁੰਡਾਂ ਭਾਲੇ। ਜਦੋਂ ਜੀਵਨ ਵਿੱਚ ਲੋਭ ਹੋਵੇ, ਵਿਕਾਰ ਟਿਕੇ ਹੋਏ ਹੋਣ ਤੇ ਇਹ ਮਨ ਕਦੀ ਥਿਰ ਨਹੀਂ ਰਹਿੰਦਾ। ਇਹ ਮਨ ਕਦੀ ਤਾਂ ਸੇਵਾ ਭਾਵਨਾ ਵੱਲ ਦੌੜਦਾ ਹੈ, ਕਦੀ ਤਾਂ ਪਿਆਰ ਵਾਲੇ ਪਾਸੇ, ਦਇਆ ਵਾਲੇ ਪਾਸੇ ਦੌੜਦਾ ਹੈ ਤੇ ਅਚਾਨਕ ਹੀ
ਨਿਵਾਣ ਵਾਲੇ ਪਾਸੇ ਨੂੰ ਤੁਰ ਜਾਂਦਾ ਹੈ, ਕਦੀ ਲੁੱਟ ਵਾਲੇ ਪਾਸੇ, ਕਦੀ ਕਿਸੇ ਕੋਲੋਂ ਖੋਹਣ ਵਾਲੇ ਪਾਸੇ, ਕਿਸੇ ਦੂਜੇ ਦਾ ਹੱਕ ਮਾਰਨ ਵਾਲੇ ਪਾਸੇ ਵੀ ਤੁਰ ਪੈਂਦਾ ਹੈ। ਸਤਿਗੁਰੂ ਆਖਦੇ ਹਨ ਇਹ ਸਦਾ ਹੀ ਫਿਰ ਜੰਮਣ ਮਰਨ ਬਣਿਆ ਰਹਿੰਦਾ ਹੈ ਜੇ ਸਤਿਗੁਰੂ ਦੇ ਨਾਮ ਨਾਲੋਂ ਸਾਂਝ ਤੋੜੀਏ। ਪਰ ਜੋ ਪਰਮੇਸ਼ਰ ਦੇ ਪਿਆਰੇ ਹਨ ਉਹ ਨਾਮ ਵਿੱਚ ਲੱਗ ਜਾਂਦੇ ਹਨ ਤੇ ਸਦਾ ਸਮਾਏ ਰਹਿੰਦੇ ਹਨ ਨਾਮ ਵਿੱਚ, ਉਹ ਆਪਣਾ ਜਨਮ ਮਰਨ ਦਾ ਦੁੱਖ ਨਾਸ਼ ਕਰ ਲੈਂਦੇ ਹਨ। ਅਬਿਨਾਸ਼ੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮੰਡਾ ਹੈ। ਉਹਨਾਂ ਨੂੰ ਕਦੇ ਨਾਸ਼ ਨਾ ਹੋਣ ਵਾਲਾ ਸਰਬ ਵਿਆਪਕ ਪਰਮੇਸ਼ਰ ਮਿਲ ਪੈਂਦਾ ਹੈ। ਉਹਨਾਂ ਦੀ ਸੋਭਾ ਸਾਰੇ ਖੰਡਾਂ ਬ੍ਰਹਿਮੰਡਾਂ ਵਿੱਚ ਹੋ ਜਾਂਦੀ ਹੈ। ਭਾਵ ਉਹ ਆਪਣੇ ਜੀਵਨ ਵਿੱਚ ਉਸ ਨਾ ਨਾਸ਼ ਹੋਣ ਵਾਲੇ ਨੂੰ, ਸਦਾ ਥਿਰ ਰਹਿਣ ਵਾਲੇ ਪਰਮੇਸ਼ਰ ਨੂੰ, ਸਰਬ ਵਿਆਪਕ ਮਾਲਕ ਜੀ ਨੂੰ ਮਾਣਦੇ ਹਨ, ਉਸ ਦੇ ਦਰਸ਼ਨ ਕਰਦੇ ਹਨ। ਗੁਣਾਂ ਦੇ ਰਾਹੀਂ ਉਹ ਸਦਾ ਹੀ ਅਕਾਲ ਪੁਰਖ ਜੀ ਨੂੰ ਆਪਣੇ ਜੀਵਨ ਦੇ ਵਿੱਚ ਹੰਡਾਉਂਦੇ ਹਨ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੈ। ਸਤਿਗੁਰੂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਸਾਨੂੰ ਨਿਮਾਣੇ ਜੀਵਾਂ ਨੂੰ ਵੀ, ਜੋ ਸਤਿਗੁਰੂ ਦੇ ਦਰ ਤੇ ਅਸੀਂ ਢਹਿ ਪਏ ਹਾਂ, ਨਮਸਕਾਰ ਕਰਨ ਆਏ ਹਾਂ, ਸਾਨੂੰ ਵੀ ਸਤਿਗੁਰੂ ਜੀ ਨੇ ਇਹੀ ਕੁਝ ਬਖਸ਼ਿਸ਼ ਸਿਖਾਈ ਹੈ। ਤੇ ਅਰਦਾਸ ਸਿਖਾਉਂਦਿਆਂ ਸਤਿਗੁਰੂ ਨੇ ਆਖਿਆ, ਭਲਿਓ ਸਾਨੂੰ ਵੀ ਪ੍ਰਭੂ ਦੇ ਅੱਗੇ ਇਸੇ ਤਰ੍ਹਾਂ ਨਿਮਰਤਾ ਭਾਵ ਨਾਲ ਜ਼ਿੰਦਗੀ ਦੀ ਸਫਲਤਾ ਲਈ ਨਿਮਾਣੇ ਹੋ ਕੇ ਅਰਦਾਸ ਕਰਨੀ ਚਾਹੀਦੀ ਹੈ ਤੇ ਆਖਣਾ ਚਾਹੀਦਾ ਹੈ, ਹੇ ਪ੍ਰਭੂ ਅਸੀਂ ਜੀਵ ਤੇਰੇ ਦਰ ਦੇ ਗਰੀਬ ਮੰਗਦੇ ਹਾਂ, ਤੂੰ ਸਭ ਤੋਂ ਵੱਡਾ ਸਹਾਈ ਹੈ। ਸਾਨੂੰ ਇਹਨਾਂ ਕਾਮ ਆਦਿਕ ਵਿਕਾਰਾਂ ਤੋਂ, ਇਹਨਾਂ ਜਮਾਂ ਤੋਂ ਬਚਾ ਲੈ, ਰੱਖ ਲੈ। ਅਸੀਂ ਤੇਰੇ ਹਾਂ ਤੇ ਤੂੰ ਹੀ ਸਾਨੂੰ ਰੱਖਣਹਾਰ ਹੈ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਹੇ ਪ੍ਰਭੂ ਤੇਰੇ ਦਾਸ ਨਾਨਕ ਨੂੰ ਤੇਰਾ ਨਾਮ ਹੀ ਆਸਰਾ ਹੈ, ਤੇਰਾ ਨਾਮ ਹੀ ਸਹਾਰਾ ਹੈ, ਤੇਰੇ ਨਾਮ ਵਿੱਚ ਜੁੜਿਆਂ ਹੀ ਸੁਖ ਮਿਲਦਾ ਹੈ। ਇਹਦੇ 'ਚ ਕੋਈ ਸ਼ੱਕ ਨਹੀਂ। ਸਤਿਗੁਰੂ ਜੀ ਦੇ ਇਹ ਬੋਲ ਪੱਲੇ ਬੰਨਣ ਵਾਲੇ ਹਨ। ਜਦੋਂ ਸਤਿਗੁਰੂ ਅਕਾਲ ਪੁਰਖ ਜੀ ਦਾ ਬਖਸ਼ਿਆ ਹੋਇਆ ਸਤਿਗੁਰੂ ਦੇ ਰਾਹੀਂ, ਬਾਣੀ ਦੇ ਰਾਹੀਂ ਜੋ ਗਿਆਨ ਉਪਦੇਸ਼ ਸਾਨੂੰ ਮਿਲਦਾ ਹੈ, ਜੇ ਅਸੀਂ ਇਸ ਨੂੰ ਜ਼ਿੰਦਗੀ ਦਾ ਆਸਰਾ ਬਣਾ ਲਈਏ, ਧੁਰਾ ਬਣਾ ਲਈਏ, ਤੇ ਜ਼ਿੰਦਗੀ ਦੇ ਅੰਦਰ ਸੁੱਖ ਵੀ ਬਹੁਤ ਮਿਲਦਾ ਹੈ। ਜੇ ਅਸੀਂ ਇਸ ਨੂੰ ਛੱਡ ਕੇ ਤੁਰ ਪਈਏ ਤੇ ਜ਼ਿੰਦਗੀ ਦੇ ਅੰਦਰ ਦੁੱਖ ਵੀ, ਮੁਸ਼ਕਲ ਵੀ ਵੱਡੀ ਬਣਦੀ ਹੈ। ਸਤਿਗੁਰੂ ਇਸੇ ਲਈ ਸਾਨੂੰ ਪਿਆਰ ਨਾਲ ਇਹ ਬਾਤ ਵੀ ਸਮਝਾਉਂਦੇ ਹਨ, ਵਿਣ ਤੁਧ ਹੋਰ ਜੇ ਮੰਗਣਾ, ਸਿਰ ਦੁੱਖਾਂ ਕੈ ਦੁੱਖ, ਦੇ ਨਾਮ ਸੰਤੋਖੀਆਂ, ਉਤਰੈ ਮਨ ਕੀ ਭੁੱਖ। ਰਾਗ ਗੌੜੀ ਪੂਰਬੀ ਮਹਿਲਾ ਪੰਜਵਾਂ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸੋਹਿਲਾ ਬਾਣੀ ਦਾ ਇਹ ਪੰਜਵਾਂ ਸ਼ਬਦ ਹੈ ਅਤੇ ਰਾਗ ਗੌੜੀ ਪੂਰਬੀ ਵਿੱਚ ਉਚਾਰਨ ਕੀਤਾ ਹੋਇਆ ਹੈ। ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ। ਸਤਿਗੁਰੂ ਜੀ ਨੇ ਇਸ ਪਾਵਨ ਸ਼ਬਦ ਦੇ ਅੰਦਰ ਸਾਨੂੰ ਸਤ ਸੰਗਤ ਕਰਨ ਵਾਲਿਆਂ ਨੂੰ, ਬਾਣੀ ਪੜ੍ਹਨ ਵਾਲਿਆਂ ਨੂੰ, ਬਾਣੀ ਨੂੰ ਨਮਸਕਾਰ ਕਰਨ ਵਾਲਿਆਂ ਨੂੰ, ਗੁਰੂ ਨਾਲ ਸਾਂਝ ਰੱਖਣ ਵਾਲਿਆਂ ਨੂੰ ਇਹ ਇੱਕ ਪ੍ਰੇਰਣਾ ਦਿੱਤੀ ਹੈ। ਕਿਉਂਕਿ ਆਪਾਂ ਦੇਖਿਆ ਹੈ ਸਤਿਗੁਰੂ ਜੀ ਨੇ ਸੋਹਿਲਾ ਬਾਣੀ ਦੇ ਪਹਿਲੇ ਸ਼ਬਦ ਦੇ ਅੰਦਰ ਸਾਨੂੰ ਇਹ ਸਮਝਾਇਆ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹੇ ਭਾਈ ਤੁਸੀਂ ਅਕਾਲ ਪੁਰਖ ਜੀ ਦਾ ਸੋਹਣਾ ਸਿਫਤ ਸਲਾਹ ਦਾ ਗੀਤ ਗਾਓ, ਕਿਉਂਕਿ ਇਸ ਦੇ ਗਾਉਣ ਨਾਲ ਸਦਾ ਸੁਖ ਹੋਏ, ਜੀਵਨ ਅੰਦਰ ਸੁਖ ਵਸਦਾ ਹੈ। ਦੂਜੇ ਸ਼ਬਦ ਅੰਦਰ ਸਤਿਗੁਰੂ ਜੀ ਨੇ ਸਾਨੂੰ ਇਹ ਬਖਸ਼ਿਸ਼ ਕੀਤੀ ਕਿ ਪਿਆਰਿਓ ਅਕਾਲ ਪੁਰਖ ਜੀ ਦੀ ਸਿਫਤ ਸਲਾਹ ਜਿਸ ਸਤ ਸੰਗਤ ਵਿੱਚ ਹੁੰਦੀ ਹੈ, ਤੁਸੀਂ ਉਸ ਨੂੰ ਆਪਣੇ ਜੀਵਨ ਦਾ ਆਸਰਾ ਬਣਾਓ, ਇਹਦੇ ਵਿੱਚ ਹੀ ਤੁਹਾਡੀ ਸੋਭਾ ਹੈ।
ਇਹਦੇ ਵਿੱਚ ਹੀ ਤੁਹਾਡੀ ਭਲਾਈ ਹੈ। ਤੀਜੇ ਸ਼ਬਦ ਅੰਦਰ ਸਤਿਗੁਰੂ ਜੀ ਨੇ ਜੋ ਪ੍ਰਚਲਿਤ ਪੂਜਾ ਹੈ, ਜਿਸ ਤਰ੍ਹਾਂ ਸਮਾਜ ਅੰਦਰ ਆਪੋ ਆਪਣੇ ਤਰੀਕੇ ਨਾਲ ਲੋਕ ਪੂਜਾ ਕਰਦੇ ਹਨ, ਉਸ ਪੂਜਾ ਨੂੰ ਖੰਡਨ ਕਰਦਿਆਂ ਹੋਇਆਂ ਅਕਾਲ ਪੁਰਖ ਜੀ ਦੇ ਬਣਾਏ ਨਿਯਮ ਵਿੱਚ ਚੱਲਣ ਲਈ, ਅਕਾਲ ਪੁਰਖ ਜੀ ਦੇ ਬਣਾਏ ਭਾਣੇ ਵਿੱਚ ਚੱਲਣ ਲਈ ਸਾਨੂੰ ਪ੍ਰੇਰਣਾ ਦਿੱਤੀ ਹੈ। ਜੋ ਤਿਸ ਭਾਵੈ ਸੋ ਆਰਤੀ ਹੋਏ। ਇਹੋ ਹੀ ਆਰਤੀ ਹੈ, ਜੋ ਉਹਨੂੰ ਭਾਉਂਦਾ ਹੈ ਉਹਦੇ ਮੁਤਾਬਕ ਤੁਰ ਪੈਣਾ। ਸਤਿਗੁਰੂ ਜੀ ਨੇ ਚੌਥੇ ਸ਼ਬਦ ਅੰਦਰ ਸਾਨੂੰ ਗੁਰੂ ਅੱਗੇ ਸਦਾ ਹੀ ਸਮਰਪਣ ਭਾਵਨਾ ਨਾਲ ਰਹਿਣ ਦੀ ਜਾਚ ਸਿਖਾਈ ਹੈ ਤੇ ਆਖਿਆ ਹੈ, ਕਰ ਡੰਡੌਤ ਪੁੰਨ ਵੱਡਾ ਹੈ। ਭਾਈ, ਗੁਰੂ ਅੱਗੇ ਡੰਡੌਤ ਕਰਨੀ, ਨਮਸਕਾਰ ਕਰਨੀ, ਇਹ ਸਭ ਤੋਂ ਵੱਡਾ ਪੁੰਨ ਹੈ। ਤੇ ਪੰਜਵੇਂ ਸ਼ਬਦ ਅੰਦਰ ਸਤਿਗੁਰੂ ਇਸੇ ਹੀ ਪ੍ਰੇਰਣਾ ਨੂੰ ਦੁਹਰਾਉਂਦਿਆਂ ਆਖਦੇ ਹਨ, ਹੇ ਮੇਰੇ ਮਿੱਤਰੋ ਸੁਣੋ, ਮੈਂ ਬੇਨਤੀ ਕਰਦਾ ਹਾਂ, ਹੁਣ ਸਤਿਗੁਰੂ ਅਕਾਲ ਪੁਰਖ ਜੀ ਦੀ ਟਹਿਲ ਕਰਨ ਦਾ, ਸੇਵਾ ਕਰਨ ਦਾ ਵੇਲਾ ਹੈ, ਸਮਾਂ ਹੈ। ਈਹਾਂ ਖਾਟ ਚਲੋ ਹਰ ਲਾਹਾ, ਆਗੈ ਬਸਣ ਸੁਹੇਲਾ। ਹੁਣ ਤੁਸੀਂ ਜਦੋਂ ਗੁਰੂ ਨਾਲ ਜੁੜ ਕੇ ਬੈਠੋਗੇ, ਇਹ ਵਕਤ ਜ਼ਿੰਦਗੀ ਦਾ ਲਾਭ ਲੱਭਣ ਦਾ ਹੈ, ਕੁਝ ਪ੍ਰਾਪਤੀ ਕਰਨ ਦਾ ਹੈ। ਸੇਵਾ ਕਰੋਗੇ ਤਾਂ ਇਸ ਜਨਮ ਵਿੱਚ, ਇਸ ਸਮੇਂ ਵਿੱਚ ਪ੍ਰਭੂ ਦੇ ਨਾਮ ਉਪਦੇਸ਼ ਦੀ ਖੱਟੀ ਖੱਟ ਕੇ ਜੀਵਨ ਨੂੰ ਸਫਲਤਾ ਵੱਲ ਲੈ ਕੇ ਤੁਰੋਗੇ ਅਤੇ ਭਵਿੱਖ ਵਿੱਚ ਆਉਣ ਵਾਲੇ ਸਮੇਂ ਅੰਦਰ ਪਰਲੋਕ ਵਿੱਚ ਜ਼ਿੰਦਗੀ ਸੋਹਣੀ, ਸੁਖਮਈ, ਸੰਤੋਖ ਵਾਲੀ ਬਣ ਜਾਏਗੀ। ਔਦ ਘਟੈ ਦਿਨ ਸਰੈਣ ਆਰੇ। ਸਤਿਗੁਰੂ ਜੀ ਬਖਸ਼ਿਸ਼ ਕਰਦਿਆਂ ਆਖਦੇ ਹਨ, ਹੇ ਮਨ, ਦਿਨ ਰਾਤ ਬੀਤ ਬੀਤ ਕੇ ਉਮਰ ਘਟਦੀ ਜਾ ਰਹੀ ਹੈ। ਭਾਵ, ਹੇ ਮਨ, ਤੈਂ ਕਮਜ਼ੋਰ ਹੁੰਦਾ ਜਾ ਰਿਹਾ ਹੈ। ਤੇਰਾ ਸਤਿਗੁਰੂ ਜੀ ਨਾਲੋਂ ਸਾਂਝ ਟੁੱਟਣ ਕਰਕੇ ਦਿਨ ਦਿਨ ਔਧ ਘਟਣ ਵਾਲਾ ਇਹ ਸਿਲਸਿਲਾ ਸ਼ੁਰੂ ਹੋ ਚੁੱਕਾ ਹੈ। ਜਿਵੇਂ ਸਤਿਗੁਰੂ ਜੀ ਰਹਿਰਾਸ ਬਾਣੀ ਅੰਦਰ ਬਖਸ਼ਿਸ਼ ਕਰਦਿਆਂ ਹੋਇਆਂ ਬੜੇ ਪਿਆਰੇ ਸ਼ਬਦ ਰੱਖਦੇ ਹਨ ਤੇ ਆਖਦੇ ਹਨ, ਹਰ ਬਿਸਰਤ ਤੇਰੇ ਗੁਣ ਗਲਿਆ। ਹੇ ਮੇਰੇ ਮਨ, ਰੱਬ ਨੂੰ ਵਿਸਰਨ ਕਰਕੇ ਤੇਰੇ ਗੁਣ ਗਲ ਗਏ ਹਨ, ਤੂੰ ਤਬਾਹੀ ਵਾਲੇ ਪਾਸੇ ਤੁਰ ਪਿਆ ਹੈ। ਤੇ ਸਤਿਗੁਰੂ ਜੀ ਇੱਥੇ ਵੀ ਮਨ ਨੂੰ ਸੰਬੋਧਨ ਕਰਦਿਆਂ ਆਖਦੇ ਹਨ, ਹੇ ਮਨ, ਤੇਰੇ ਗੁਣਾਂ ਵਾਲੀ ਉਮਰ ਘਟਦੀ ਜਾ ਰਹੀ ਹੈ, ਬੀਤਦੀ ਜਾ ਰਹੀ ਹੈ। ਮਨ ਗੁਰ ਮਿਲ ਕਾਜ ਸਵਾਰੇ ਰਹਾਓ। ਹੇ ਮੇਰੇ ਮਨ, ਗੁਰੂ ਨੂੰ ਮਿਲ ਕੇ ਮਨੁੱਖਾ ਜੀਵਨ ਦਾ ਕੰਮ ਸਿਰੇ ਚਾੜ। ਇਹ ਕੰਮ ਰੁਕਿਆ ਹੋਇਆ ਹੈ। ਇਸ ਕੰਮ ਨੂੰ ਤੂੰ ਸਵਾਰਨ ਲਈ ਗੁਰੂ ਦਾ ਆਸਰਾ ਲੈ, ਗੁਰੂ ਨਾਲ ਮਿਲ, ਗੁਰੂ ਦੀ ਗੱਲ ਸੁਣ, ਗੁਰੂ ਦੇ ਉਪਦੇਸ਼ ਵੱਲ ਧਿਆਨ ਦੇ। ਤੂੰ ਸਮਾਜ ਦੇ ਬਖੇੜਿਆਂ ਵਿੱਚ ਧਿਆਨ ਦਿੱਤਾ ਹੈ, ਤੂੰ ਕਾਮ ਕ੍ਰੋਧ ਨਾਲ ਸਾਂਝ ਬਣਾਈ ਹੋਈ ਹੈ। ਨਹੀਂ, ਇਸ ਨੂੰ ਛੱਡ ਕੇ ਗੁਰੂ ਨਾਲ ਸਾਂਝ ਬਣਾ, ਤਾਂ ਕਿ ਜੀਵਨ ਦੀ ਸਫਲਤਾ ਹੋਰ ਸੋਹਣੀ ਹੋ ਜਾਏ। ਬੜੇ ਚੰਗੇ ਤਰੀਕੇ ਨਾਲ ਤੈਨੂੰ ਗੁਰੂ ਸੋਹਣੀ ਜੀਵਨ ਜਾਚ ਸਿਖਾਏਗਾ। ਇਸ ਲਈ ਆ ਗੁਰੂ ਨਾਲ ਸਾਂਝ ਬਣਾ ਤੇ ਘਟਦੀ ਉਮਰ ਦੇ ਦੌਰਾਨ ਸਫਲਤਾ ਵਾਲੇ ਰਾਹ ਤੇ ਤੁਰ ਪਓ। ਇਹ ਸੰਸਾਰ ਬੇਕਾਰ ਸੰਸੇ ਮੈਂ, ਤਰਿਓ ਬ੍ਰਹਮ ਗਿਆਨੀ। ਸਤਿਗੁਰੂ ਜੀ ਆਖਦੇ ਹਨ, ਇਹ ਜਗਤ ਵਿਕਾਰਾਂ ਨਾਲ ਭਰਪੂਰ ਹੈ। ਜਗਤ ਦੇ ਜੀਵ ਤੌਖਲਿਆਂ ਵਿੱਚ, ਸਹਿਮ ਵਿੱਚ ਡੁੱਬ ਰਹੇ ਹਨ। ਇਹਨਾਂ ਵਿੱਚੋਂ ਉਹੀ ਮਨੁੱਖ ਤਰਦਾ ਹੈ, ਨਿਕਲਦਾ ਹੈ, ਜਿਸ ਨੇ ਗੁਰੂ ਦੇ ਰਾਹੀਂ ਪਰਮਾਤਮਾ ਨਾਲ ਜਾਣ ਪਛਾਣ ਬਣਾ ਲਈ ਹੈ, ਪਰਮਾਤਮਾ ਦੀ ਸੋਝੀ ਹਾਸਲ ਕਰ ਲਈ ਹੈ। ਜਿਸੈ ਜਗਾਏ ਪਿਆਵੈ ਇਹ ਰਸ, ਅਕਥ ਕਥਾ ਤਿਨ ਜਾਨੀ। ਵਿਕਾਰਾਂ ਵਿੱਚ ਸੁੱਤੇ ਹੋਏ ਜਿਸ ਮਨੁੱਖ ਨੂੰ ਪ੍ਰਭੂ ਗੁਰੂ ਦੇ ਰਾਹੀਂ ਆਪ ਜਗਾ ਕੇ ਇਹ ਨਾਮ ਉਪਦੇਸ਼ ਦਾ ਅੰਮ੍ਰਿਤ ਪਿਆਉਂਦਾ ਹੈ, ਉਸ ਮਨੁੱਖ ਨੇ ਅਕਥ ਪ੍ਰਭੂ ਦੀਆਂ ਗੱਲਾਂ, ਬੇਅੰਤ ਗੁਣਾਂ ਵਾਲੇ ਪ੍ਰਭੂ ਦੀ ਸਿਫਤ ਸਲਾਹ ਕਰਨ ਦੀ ਜਾਚ ਸਿੱਖ ਲਈ ਹੈ। ਉਹ ਅਕਾਲ ਪੁਰਖ ਜੀ ਦੀ ਸਿਫਤ ਸਲਾਹ ਵਿੱਚ ਲੱਗਦਾ ਹੈ। ਉਹ ਅਕਥ ਅਕਾਲ ਪੁਰਖ ਜੀ ਦੀਆਂ
ਨਾ ਕਥੀਆਂ ਜਾਣ ਵਾਲੀਆਂ ਬਾਤਾਂ ਨੂੰ ਸਮਝ ਲੈਂਦਾ ਹੈ ਜੋ ਗੁਰੂ ਨਾਲ ਸਾਂਝ ਬਣਾਉਂਦਾ ਹੈ। ਜਾ ਕਉ ਆਏ ਸੋਈ ਬਿਹਾਜੋ, ਹਰ ਗੁਰ ਤੇ ਮਨੈ ਬਸੇਰਾ। ਸਤਿਗੁਰੂ ਆਖਦੇ, ਹੇ ਭਾਈ, ਜਿਸ ਕੰਮ ਵਾਸਤੇ ਇੱਥੇ ਆਏ ਹੋ ਉਸ ਦਾ ਵਣਜ ਕਰੋ। ਜਿਸ ਕੰਮ ਲਈ ਇਹ ਜੀਵਨ ਮਿਲਿਆ ਹੈ ਉਸੇ ਕੰਮ ਲਈ ਸਦਾ ਤਾਂਘ ਜੀਵਨ ਵਿੱਚ ਬਣਾਈ ਰੱਖੋ। ਉਹ ਹਰ ਨਾਮ ਗੁਰੂ ਦੀ ਰਾਹੀਂ ਹੀ ਮਨ ਵਿੱਚ ਵਸਦਾ ਹੈ। ਪਰਮੇਸ਼ਰ ਦੇ ਗੁਣ ਗੁਰੂ ਹੀ ਬਖਸ਼ਿਸ਼ ਕਰਦਾ ਹੈ। ਇਸ ਲਈ ਸਭ ਤੋਂ ਵੱਡਾ ਜੀਵਨ ਦਾ ਮਨੋਰਥ ਹੈ ਪ੍ਰਭੂ ਅਕਾਲ ਪੁਰਖ ਜੀ ਦੇ ਗੁਣ ਇਕੱਠੇ ਕਰਨੇ, ਗੁਣਾਂ ਦੇ ਮੁਤਾਬਕ ਆਪਣੀ ਜ਼ਿੰਦਗੀ ਨੂੰ ਸਵਾਰਨਾ। ਨਿਜ ਘਰ ਮਹਿਲ ਪਾਵੋ ਸੁਖ ਸਹਜੇ, ਬੋਹਰ ਨਾ ਹੋਏਗੋ ਫੇਰਾ। ਹੇ ਭਾਈ, ਜੇ ਗੁਰੂ ਦੀ ਸ਼ਰਨ ਪਾਵੋਗੇ ਤਾਂ ਆਤਮਿਕ ਆਨੰਦ ਅਤੇ ਅਡੋਲਤਾ, ਭਾਵ ਜੀਵਨ ਵਿੱਚ ਜਿਹੜਾ ਡਾਵਾਂਡੋਲਪਨ ਹੈ, ਜੋ ਜੀਵਨ ਵਿੱਚ ਥਿੜਕਣਾ ਆ ਜਾਂਦੀ ਹੈ, ਅਸੀਂ ਇੱਧਰ ਉੱਧਰ ਭਟਕ ਜਾਂਦੇ ਹਾਂ, ਸਤਿਗੁਰੂ ਆਖਦੇ ਇਹ ਖਤਮ ਹੋ ਜਾਏਗੀ। ਜੀਵਨ ਵਿੱਚ ਆਨੰਦ ਆਏਗਾ, ਅਡੋਲਤਾ ਆ ਜਾਏਗੀ ਤੇ ਆਪਣੇ ਅੰਦਰ ਹੀ ਪ੍ਰਮਾਤਮਾ ਦਾ ਟਿਕਾਣਾ ਲੱਭ ਲਵੋਗੇ। ਭਾਵ ਪਰਮੇਸ਼ਰ ਨੂੰ ਸਾਨੂੰ ਵੱਖ-ਵੱਖ ਥਾਵਾਂ ਤੇ ਲੱਭਣ ਦੀ ਲੋੜ ਨਹੀਂ। ਨਾ ਪਰਮੇਸ਼ਰ ਜੰਗਲਾਂ ਵਿੱਚ ਰਹਿੰਦਾ ਹੈ ਤੇ ਨਾ ਹੀ ਪਰਮੇਸ਼ਰ ਕਿਸੇ ਵੱਖਰੇ ਵਿਸ਼ੇਸ਼ ਭਵਨ ਥਾਂ ਵਿੱਚ ਰਹਿੰਦਾ ਹੈ। ਪਰਮੇਸ਼ਰ ਸਾਡੇ ਜੀਵਾਂ ਦੇ ਹਿਰਦਿਆਂ ਵਿੱਚ ਰਹਿੰਦਾ ਹੈ ਤੇ ਸਤਿਗੁਰੂ ਆਖਦੇ ਹਨ ਇਹ ਟਿਕਾਣਾ ਹਿਰਦੇ ਵਾਲਾ ਗੁਰੂ ਦੇ ਰਾਹੀਂ ਲੱਭ ਜਾਂਦਾ ਹੈ ਤੇ ਫਿਰ ਮਨੁੱਖ ਸੰਸਾਰ ਦੇ ਇਸ ਲੋਭ ਮੋਹ ਹੰਕਾਰ ਵਾਲੇ ਆਵਾਗਮਨ ਤੋਂ ਮੁਕਤ ਹੋ ਜਾਂਦਾ ਹੈ। ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਦਾ ਮਨ ਕੀ ਪੂਰੇ। ਸਤਿਗੁਰੂ ਆਖਦੇ, ਹੇ ਹਰੇਕ ਦਿਲ ਦੇ ਜਾਣਨ ਵਾਲੇ ਸਰਬ ਵਿਆਪਕ ਸਿਰਜਣਹਾਰ, ਮੇਰੇ ਮਨ ਦੀ ਇੱਛਾ ਪੂਰੀ ਕਰ। ਅੰਤਰਜਾਮੀ ਸਤਿਗੁਰੂ ਅਕਾਲ ਪੁਰਖ, ਮੇਰੇ ਮਨ ਦੀ ਹੁਣ ਇੱਕ ਤਾਂਘ ਹੈ, ਮੇਰੇ ਮਨ ਵਿੱਚ ਇੱਕ ਇੱਛਾ ਪ੍ਰਬਲ ਹੋਈ ਹੈ, ਕਿਰਪਾ ਕਰ ਮੇਰੀ ਇਹ ਇੱਛਾ ਪੂਰੀ ਕਰ ਦੇ। ਨਾਨਕ ਦਾਸ ਇਹ ਸੁਖ ਮੰਗੈ, ਮੋਹ ਕਉ ਕਰ ਸੰਤਨ ਕੀ ਧੂਰੇ। ਦਾਸ ਨਾਨਕ ਤੈਥੋਂ ਇਹੀ ਇੱਕ ਸੁੱਖ ਮੰਗਦਾ ਹੈ ਕਿ ਮੈਨੂੰ ਸਤਿਗੁਰਾਂ ਦੇ ਚਰਨਾਂ ਦੀ ਧੂੜ ਬਣਾ ਦੇ। ਮੈਂ ਸਤਿਗੁਰਾਂ ਦੇ ਚਰਨਾਂ ਦੀ ਧੂੜ ਬਣਨਾ ਚਾਹੁੰਦਾ ਹਾਂ, ਕਿਉਂਕਿ ਜ਼ਿੰਦਗੀ ਦੀ ਸਫਲਤਾ ਇਸੇ ਵਿੱਚ ਹੈ, ਜ਼ਿੰਦਗੀ ਦਾ ਸੁਹੱਪਣ ਇਸੇ ਵਿੱਚ ਹੈ। ਜਦੋਂ ਗੁਰਬਾਣੀ ਨੂੰ ਪੜ੍ਹਦੇ ਹਾਂ, ਧੂਰੇ ਜਾਂ ਧੂਰੀ ਸ਼ਬਦ ਆਉਂਦਾ ਹੈ, ਧੂੜੀ ਸ਼ਬਦ ਆਉਂਦਾ ਹੈ, ਤਾਂ ਆਮ ਤੌਰ 'ਤੇ ਆਪਾਂ ਇਹ ਬਹੁਤ ਸਾਰੇ ਪ੍ਰਚਲਿਤ ਸ਼ਬਦਾਂ ਦੇ ਵਿੱਚ ਵਰਤ ਲੈਂਦੇ ਹਾਂ ਕਿ ਪਰਮਾਤਮਾ ਨੇ ਜੋ ਜੀਵ ਭੇਜੇ ਹਨ, ਜਿਹੜਾ ਇਹਨਾਂ 'ਚੋਂ ਨਾਮ ਜਪਦਾ ਹੈ, ਉਹਨਾਂ ਦੇ ਪੈਰਾਂ ਦੀ ਮਿੱਟੀ ਕੋਈ ਮੱਥੇ ਨੂੰ ਲਾ ਰਿਹਾ ਹੈ ਤੇ ਕੋਈ ਉਸ ਨੂੰ ਖਾ ਕੇ ਆਪਣੇ ਜੀਵਨ ਦੀ ਸਫਲਤਾ ਬਣਾ ਰਿਹਾ ਹੈ। ਜਦੋਂ ਕਿ ਸਤਿਗੁਰੂ ਜੀ ਦੀ ਬਾਣੀ ਨੇ ਬੜੇ ਪਿਆਰੇ ਸ਼ਬਦਾਂ ਦੇ ਵਿੱਚ ਸਾਨੂੰ ਇਹ ਗੱਲ ਸਮਝਾਈ ਹੈ ਕਿ ਗੁਰੂ ਕੀ ਸਿੱਖਿਆ, ਗੁਰੂ ਕਾ ਉਪਦੇਸ਼, ਸਤਿਗੁਰੂ ਜੀ ਵੱਲੋਂ ਦਿੱਤੀ ਹੋਈ ਜੀਵਨ ਜਾਚ ਹੀ ਅਸਲ ਚਰਨ ਧੂੜ ਹੈ। ਕਿਉਂਕਿ ਜਿੰਨੀ ਦੇਰ ਤੱਕ ਸਾਨੂੰ ਸਤਿਗੁਰੂ ਦੇ ਚਰਨ ਸਮਝ ਨਹੀਂ ਲੱਗਣਗੇ, ਓਨੀ ਦੇਰ ਤੱਕ ਧੂੜੀ ਦੀ ਵੀ ਸਮਝ ਨਹੀਂ ਲੱਗੇਗੀ। ਸਤਿਗੁਰੂ ਨੇ ਬਾਣੀ ਅੰਦਰ ਇਹ ਭੁਲੇਖੇ ਸਾਡੇ ਕੱਢੇ ਹੋਏ ਹਨ, ਦੂਰ ਕੀਤੇ ਹੋਏ ਹਨ ਤੇ ਦਾਤਾ ਜੀ ਆਖਦੇ ਹਨ ਸਤਿਗੁਰੂ ਦਾ ਜਿਹੜਾ ਸ਼ਬਦ ਹੈ ਇਹੀ ਸਤਿਗੁਰੂ ਦੇ ਚਰਨ ਹਨ। ਜਦੋਂ ਸਤਿਗੁਰੂ ਦੇ ਸ਼ਬਦ ਜੀਵਨ ਵਿੱਚ ਵਸ ਜਾਣ ਤੇ ਇਹਨਾਂ ਸ਼ਬਦਾਂ ਦਾ ਤੱਤ ਸਾਰ ਹੀ ਜੀਵਨ ਲਈ ਸੋਹਣੀ ਧੂੜੀ ਬਣ ਜਾਂਦਾ ਹੈ। ਤੇ ਸਤਿਗੁਰੂ ਜੀ ਨੇ ਅਖੀਰ ਤੇ ਇਹੋ ਹੀ ਅਰਦਾਸ ਕੀਤੀ ਹੈ, ਮੈਨੂੰ ਨਾਨਕ ਦਾਸ ਨੂੰ ਵੀ ਇਹੋ ਹੀ ਕਿਰਪਾ ਕਰ, ਮੈਂ ਸਤਿਗੁਰਾਂ ਦੀ ਸਦਾ ਚਰਨ ਧੂੜ ਬਣਿਆ ਰਹਾ। ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਦਾ ਮਨ ਕੀ ਪੂਰੇ। ਨਾਨਕ ਦਾਸ ਇਹ ਸੁਖ ਮੰਗੈ, ਮੋਹ ਕਉ ਕਰ ਸੰਤਨ ਕੀ ਧੂਰੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।